स्टेट लाइन ट्रक एंड ट्रेलर वर्जीनिया स्टेट लाइन ते लैके आए ने ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसल्ली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार या महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। ਸ਼ਮਾਦਾਨ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਪ੍ਰੋਗਰਾਮ ਸ਼ਮਾਦਾਨ ਵਿੱਚ ਤੇ ਸਾਡੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਬਖਤੌਰ ਸਿੰਘ ਜੀ ਢਿੱਲੋਂ ਸਾਹਿਬ। ਸਵਾਗਤ ਹੈ ਜੀ ਪ੍ਰੋਗਰਾਮ ਸ਼ਮਾਦਾਨ। ਸ਼ੁਕਰੀਆ, ਮਿਹਰਬਾਨੀ ਦਲਵੀਰ ਜੀ, ਬੜੇ ਦਿਨਾਂ ਬਾਅਦ ਤੁਸੀਂ ਆਏ ਹੋ, ਵੈਲਕਮ। ਬਹੁਤ ਬਹੁਤ ਧੰਨਵਾਦ ਸਰ। ਤੇ ਜਿਸ ਤਰੀਕੇ ਨਾਲ ਨਵੀਂ ਸਰਕਾਰ ਦਾ ਗਠਨ ਹੋਇਆ ਉਸ ਤੋਂ ਬਾਅਦ ਮੈਂਬਰ ਪਾਰਲੀਮੈਂਟ ਬਣ ਗਏ ਆ ਸਿਮਰਨਜੀਤ ਸਿੰਘ ਮਾਨ ਤੇ ਉਸ ਤੋਂ ਬਾਅਦ ਨਾਲ ਹੀ ਆਪਣੀਆਂ ਕੋਈ ਨਾ ਕੋਈ ਟੀਕਾ ਟਿੱਪਣੀਆਂ ਦੇ ਜ਼ਰੀਏ ਸਰਕਾਰ ਸੁਰਖੀਆਂ 'ਚ ਹੀ ਰਹਿੰਦੀ ਹੈ। ਸਰਕਾਰ ਦੇ ਮੰਤਰੀ ਸੰਤਰੀ ਸਭ ਸੁਰਖੀਆਂ 'ਚ ਰਹਿੰਦੇ ਨੇ ਤੇ ਪਾਰਟੀ ਤੇ ਸਰਕਾਰ ਦਰਮਿਆਨ ਮਤਭੇਦ ਹਨ ਢਿੱਲੋਂ ਸਾਹਿਬ ਜਾਂ ਹਨ ਭੰਬਲ ਭੂਸੇ ਦੀਆਂ ਸ਼ਿਕਾਰ। ਕਿੱਧਰ ਨੂੰ ਜਾ ਰਿਹਾ ਇਹ ਸਿਸਟਮ? ਦੇਖੋ, ਪਾਰਟੀ ਔਰ ਸਰਕਾਰ ਰਹਿੰਦੀ ਤਾਂ ਸੁਰਖੀਆਂ 'ਚ ਹੈ ਜੀ, ਪਰ ਸੁਰਖੀਆਂ ਕਿਹੋ ਜਿਹੀਆਂ? ਜੀ, ਕੁਝ ਸੁਰਖੀਆਂ ਉਹ ਹੁੰਦੀਆਂ ਜਿਹੜੀਆਂ ਪੋਜ਼ੀਟਿਵ ਹੁੰਦੀਆਂ ਤੇ ਕੁਝ ਹੁੰਦੀਆਂ ਨੈਗੇਟਿਵ। ਪੋਜ਼ੀਟਿਵ ਸੁਰਖੀਆਂ ਜਿਹੜੀਆਂ ਉਹ ਪਾਰਟੀ ਵੱਲੋਂ ਬਣਾਈਆਂ ਜਾਂਦੀਆਂ ਜੀ। ਨੈਗੇਟਿਵ ਸੁਰਖੀਆਂ ਜਿਹੜੇ ਆ ਉਹ ਵਿਰੋਧੀ ਧਿਰ ਵਾਲੇ ਲੈ ਕੇ ਆਉਂਦੇ ਸਾਹਮਣੇ ਕਿ ਸਰਕਾਰ ਨੇ ਆ ਕਰਤਾ ਤੇ ਆ ਕਰਤਾ ਜੀ। ਜਿਹੜੀਆਂ ਪੋਜ਼ੀਟਿਵ ਸੁਰਖੀਆਂ ਬਣਾਈਆਂ ਜਾਂਦੀਆਂ ਉਹਨੂੰ ਆਪਾਂ ਕਹਾਂਗੇ ਇਵੈਂਟ ਮੈਨੇਜਮੈਂਟ। ਜੀ, ਇਵੈਂਟ ਕੋਈ ਕ੍ਰੀਏਟ ਕਰਤੀ ਤੇ ਉਹਦੀ ਮੈਨੇਜਮੈਂਟ ਹੋ ਗਈ। ਉਹ ਇਵੈਂਟ ਮੈਨੇਜਮੈਂਟ ਦੇ ਵਿੱਚ ਮੇਰੇ ਖਿਆਲ ਮੁਤਾਬਕ ਭਾਰਤ ਦੇ ਵਿੱਚ ਇਹ ਠੀਕ ਹੈ ਕਿ ਭਾਰਤੀ ਜਨਤਾ ਪਾਰਟੀ ਬੜੀ ਐਕਸਪਰਟ ਹੈ, ਉਹਦਾ IT ਸੈੱਲ ਬਹੁਤ ਮਜ਼ਬੂਤ ਹੈ ਜੀ। ਲੇਕਿਨ ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਇਹਨੂੰ ਆਪਾਂ ਭਾਰਤੀ ਜਨਤਾ ਪਾਰਟੀ ਦੇ ਮੁਕਾਬਲੇ 19 ਨਹੀਂ ਕਹਿ ਸਕਦੇ। ਮੈਂ ਮੰਨਦਾ ਵੀ ਇਹ 21 ਹੈ ਜੀ। ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸਾਰਾ ਕੁਛ ਜਿਹੜਾ ਹੈਗਾ ਸਾਰਾ ਜਿਹੜਾ ਖਿਲਾ ਨਹੀਂ ਰਹਿਣ ਦਿੱਤਾ, ਆਕੂਪਾਈ ਕਰ ਲਿਆ ਜੀ। ਕੈਪਟਨ ਅਮਰਿੰਦਰ ਸਿੰਘ ਦੇ ਜ਼ਮਾਨੇ ਦੇ ਵਿੱਚ 500 ਕਰੋੜ ਰੁਪਈਆ ਰੱਖਿਆ ਸੀ ਕਿ ਆਖਰੀ ਸਮੇਂ ਦੇ ਵਿੱਚ ਆਪਾਂ ਅਖਬਾਰਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਐਡ ਦੇਵਾਂਗੇ। ਉਹ 500 ਕਰੋੜ ਰੁਪਈਆ ਕੈਪਟਨ ਨੂੰ ਤਾਂ ਵਰਤਣ ਦਾ ਮੌਕਾ ਹੀ ਨਹੀਂ ਮਿਲਿਆ ਜੀ। ਉਹਦੀ ਛੁੱਟੀ ਹੋ ਗਈ। ਮਿਸਟਰ ਚਰਨਜੀਤ ਸਿੰਘ ਚੰਨੀ ਚੀਫ ਮਿਨਿਸਟਰ ਬਣ ਗਏ। ਤਾਸ਼ ਦੇ ਪੱਤਿਆਂ ਵਾਂਗੂ ਉਹਨਾਂ ਨੇ ਉਹ ਪੈਸਾ ਚਲਾਇਆ ਜੀ, ਲੇਕਿਨ ਉਹਦਾ ਬੈਨੀਫਿਟ ਉਹਨਾਂ ਨੂੰ ਨਹੀਂ ਮਿਲਿਆ। ਹੁਣ ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਸਰਕਾਰ ਹੈ ਇਹਨਾਂ ਦੀ, ਤੇ ਸਰਕਾਰ ਦੇ ਕੋਲੇ ਮਹਿਕਮਾ ਹੁੰਦਾ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਜੀ। ਲੇਕਿਨ ਆਮ ਆਦਮੀ ਪਾਰਟੀ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਜਿਹਦੇ ਲਈ ਇੱਕ ਵੱਖਰਾ ਬਜਟ ਰੱਖਿਆ ਹੁੰਦਾ ਜੀ, ਜਿਹਦੇ ਖਰਚੇ ਵਗੈਰਾ ਜਿਹੜੇ ਸਭ ਤੋਂ ਉਹਦੇ ਤੋਂ ਉਹਨਾਂ ਕੰਮ ਨਹੀਂ ਲੈ ਰਹੀ, ਉਹਦੇ ਤੇ ਇਤਬਾਰ ਨਹੀਂ ਕਰ ਰਹੀ। ਜੀ। ਆਮ ਆਦਮੀ ਪਾਰਟੀ ਨੇ ਇੱਕ ਆਪਣਾ ਸੈਟਅਪ ਬਰਾਬਰ ਬਣਾ ਲਿਆ। ਬਹੁਤ ਪਹਿਲਾਂ ਹੀ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੇ ਅੰਦਰ ਇੱਕ ਨਵੀਂ ਸੰਸਥਾ ਬਣ ਗਈ ਸੀ ਜਿਹਨੂੰ ਕਹਿੰਦੇ ਪਨ ਮੀਡੀਆ ਜੀ। ਪਨ ਮੀਡੀਆ ਦੇ ਉੱਤੇ ਇਸ ਵੇਲੇ ਮੁਕੰਮਲ ਤੌਰ ਦੇ ਉੱਤੇ ਕਬਜ਼ਾ ਹੋ ਗਿਆ ਜੀ। ਪਨ ਮੀਡੀਆ ਦੇ ਵਿੱਚ ਜਿਹੜੇ ਲੋਕ ਹੈ ਇਹ ਠੀਕ ਹੈ, ਉਹ ਪ੍ਰੋਫੈਸ਼ਨਲ ਹੈ। ਉਹਨਾਂ ਲੋਕਾਂ ਦੀ ਕਮਿਟਮੈਂਟ ਜਿਹੜੀ ਹੈਗੀ ਹੈ ਉਹ ਆਮ ਆਦਮੀ ਪਾਰਟੀ ਨਾਲ ਜ਼ਿਆਦਾ ਹੈ ਜੀ। ਉਹਨਾਂ ਦੇ ਜਿਹੜੀਆਂ ਖਬਰਾਂ ਬਣਵਾਈਆਂ ਜਾਂਦੀਆਂ, ਖਬਰਾਂ ਤਿਆਰ ਹੁੰਦੀਆਂ। ਹੁਣ ਮੈਂ ਜਿਹੜੀ ਆ ਤੁਸੀਂ ਗੱਲ ਖਬਰ ਕਰਦੇ ਹੋ ਕਿ ਇਹ ਪਾਰਟੀ ਦੇ ਦਰਮਿਆਨ ਕੋਈ ਮਤਭੇਦ ਹੈ ਜੀ, ਜਾਂ ਇਹਨਾਂ ਦਾ ਇਹ ਪਾਰਟੀ ਭੰਬਲ ਭੂਸੇ ਦਾ ਸ਼ਿਕਾਰ ਹੈ। ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਚੀਫ ਮਿਨਿਸਟਰ ਹੈ ਜੀ। ਜੱਜਾਂ ਦੀ ਇੱਕ ਮੀਟਿੰਗ ਹੁੰਦੀ ਹੈ ਜਿਹਦੇ ਵਿੱਚ ਕੇਂਦਰ ਸਰਕਾਰ ਦੇ ਨੁਮਾਇੰਦੇ ਵੀ ਹੈ ਤੇ ਸਟੇਟਾਂ ਦੇ ਮੁੱਖ ਮੰਤਰੀ ਵੀ ਹੈ। ਸਰਦਾਰ ਭਗਵੰਤ ਸਿੰਘ ਮਾਨ ਉੱਥੇ ਇੱਕ ਮੁੱਦਾ ਉਠਾਉਂਦੇ ਹੈ ਕਿ ਪੰਜਾਬ ਤੇ ਹਰਿਆਣਾ ਦੇ ਲਈ ਵੱਖ-ਵੱਖ ਜਿਹੜੀਆਂ ਹਾਈ ਕੋਰਟਾਂ ਚਾਹੀਦੀਆਂ ਜੀ। ਹੁਣ ਸਾਡੇ ਕੋਲ ਇੱਕੋ ਹੀ ਹਾਈ ਕੋਰਟ ਹੈ। ਸਾਡੀ ਹਾਈ ਕੋਰਟ ਦਾ ਨਾਮ ਪੰਜਾਬ ਹਰਿਆਣਾ ਹਾਈ ਕੋਰਟ ਜੀ। 1 ਨਵੰਬਰ 1966 ਤੋਂ ਬਾਅਦ ਬਣਿਆ। ਉਦੋਂ ਪਹਿਲਾਂ ਤਾਂ ਇਕੱਲੀ ਪੰਜਾਬ ਹਾਈ ਕੋਰਟ ਹੁੰਦੀ ਸੀ ਜੀ, ਕਿਉਂਕਿ ਉਹ ਤੋਂ ਪਹਿਲਾਂ ਹਰਿਆਣਾ ਹੈ ਹੀ ਨਹੀਂ ਸੀ। ਸੋ ਉਹਨਾਂ ਨੇ ਕਿਹਾ ਜੀ 2 ਸੂਬੇ ਬਣ ਗਏ, ਅਲੱਗ-ਅਲੱਗ ਹਾਈ ਕੋਰਟ ਹੈ। ਨਿੱਕੇ ਸੂਬਿਆਂ ਕੋਲ ਵੀ ਆਪਣੀਆਂ ਹਾਈ ਕੋਰਟਾਂ ਹੈਗੀਆਂ। ਸਾਨੂੰ ਹਾਈ ਕੋਰਟ ਅਲੱਗ-ਅਲੱਗ ਚਾਹੀਦੀ ਹੈ ਤੇ ਸਾਡੇ ਲਈ ਜਿਹੜੀ ਅਸੀਂ ਹਾਈ ਕੋਰਟ ਬਣਾਉਣੀ ਹੈ ਉਹਦੇ ਵਾਸਤੇ ਪ੍ਰਬੰਧ ਕੀਤਾ ਜਾਵੇ ਜਗ੍ਹਾ ਦਾ ਜੀ। ਤੇ ਉਹਨਾਂ ਨੇ ਕਿਹਾ ਸਾਨੂੰ ਨਵੇਂ ਚੰਡੀਗੜ੍ਹ ਦੇ ਵਿੱਚ ਜਗ੍ਹਾ ਦਿੱਤੀ ਜਾਵੇ ਜੀ। ਹੁਣ ਨਵਾਂ ਚੰਡੀਗੜ੍ਹ ਕਿਸ ਧਰਤੀ ਤੇ ਬਣਿਆ ਹੋਇਆ?
ਵੈਸੇ ਜਿਹੜਾ ਅਸਲ ਚੰਡੀਗੜ੍ਹ ਹੈ ਉਹਦੇ ਵਿੱਚ ਵੀ ਜ਼ਿਆਦਾਤਰ ਜਿਹੜੀ ਧਰਤੀ ਹੈ ਉਹ ਪੰਜਾਬ ਦੀ ਹੈ, ਉਹਦੇ ਵਿੱਚ ਜ਼ਮੀਨ ਪੰਜਾਬ ਦੀ ਐਕਵਾਇਰ ਕੀਤੀ ਸੀ। ਲੇਕਿਨ ਨਵਾਂ ਚੰਡੀਗੜ੍ਹ ਹੈ ਜਿਹੜਾ, ਉਹ ਤਾਂ ਜ਼ਿਆਦਾਤਰ ਹੈ ਹੀ ਪੰਜਾਬ ਦੇ ਏਰੀਏ 'ਚ, ਜ਼ਿਆਦਾਤਰ ਕੀ ਸਾਰਾ ਹੀ ਪੰਜਾਬ ਦੇ ਏਰੀਏ 'ਚ। ਉੱਥੇ ਉਹ ਕਹਿੰਦੇ ਜੀ ਸਾਨੂੰ ਜਗ੍ਹਾ ਦੇ ਦਿਓ। ਇਹ ਗੱਲ ਠੀਕ ਹੈ ਇਸ ਵੇਲੇ ਕਿ ਚੰਡੀਗੜ੍ਹ ਸਾਡਾ ਇੱਕ ਵਿਰਾਸਤੀ ਸ਼ਹਿਰ ਹੈ, ਸਿਟੀ ਬਿਊਟੀਫੁਲ ਹੈ। ਹਾਈ ਕੋਰਟ ਨੂੰ ਵੀ ਵਿਰਾਸਤ ਦਿੱਤਾ ਹੋਇਆ ਹੈ ਕਰਾਰ, ਸੈਕਰੇਟੇਰੀਏਟ ਨੂੰ ਵੀ, ਜਿਹਨੂੰ ਅਸੀਂ ਕੈਪੀਟਲ ਰੀਜਨ ਕਹਿ ਦਿੰਦੇ ਹਾਂ ਜੀ, ਹਾਈ ਕੋਰਟ, ਵਿਧਾਨ ਸਭਾ, ਹਾਈ ਕੋਰਟ ਵਗੈਰਾ ਸਾਰਾ ਕੁਝ ਹੋ ਗਿਆ। ਲੇਕਿਨ ਜੇ ਅਸੀਂ ਤਰੱਕੀ ਦੇ ਲਿਹਾਜ਼ ਨਾਲ ਦੇਖੀਏ ਤਾਂ ਇਸ ਵੇਲੇ ਮੋਹਾਲੀ ਉਹ ਚੰਡੀਗੜ੍ਹ ਨੂੰ ਛੱਡ ਰਿਹਾ ਹੈ। ਜੀ, ਚੰਡੀਗੜ੍ਹ ਦੇ ਵਿੱਚ ਇੱਕੋ PGI ਹਸਪਤਾਲ, ਜਿਹੜੇ ਪੁਰਾਣੇ ਹਸਪਤਾਲ ਹੈਗੇ ਆ, ਨਵਾਂ ਕੁਝ ਵੀ ਨਹੀਂ ਬਣਿਆ। ਇਸ ਵੇਲੇ ਮੋਹਾਲੀ ਦੇ ਵਿੱਚ ਪ੍ਰਾਈਵੇਟ ਖੇਤਰ ਦੇ ਵਿੱਚ ਵੇਖੋ ਤੁਸੀਂ ਕਿੱਡੇ ਵੱਡੇ ਵੱਡੇ ਹਸਪਤਾਲ ਆ ਗਏ। ਜੀ, ਹੋਰ ਬੜਾ ਕੁਝ ਪ੍ਰਾਈਵੇਟ ਕੰਪਨੀਆਂ ਨੇ ਆ ਕੇ ਆਪਣੇ ਦਫ਼ਤਰ ਉੱਥੇ ਖੋਲ੍ਹ ਲਏ। ਜਿਵੇਂ ਦੇਸ਼ ਦੀ ਰਾਜਧਾਨੀ ਦਿੱਲੀ ਹੈ, ਪੋਲੀਟੀਕਲ ਰਾਜਧਾਨੀ, ਅਤੇ ਜਿਹੜੀ ਆਰਥਿਕ ਰਾਜਧਾਨੀ ਉਹ ਬੰਬੇ ਹੈ। ਜੀ, ਅਤੇ ਜੇ ਅੱਜ ਆਪਾਂ ਦੇਖੀਏ ਪੰਜਾਬ ਦੀ ਆਰਥਿਕ ਰਾਜਧਾਨੀ ਕਿਸੇ ਵੇਲੇ ਲੁਧਿਆਣਾ ਹੁੰਦੀ ਸੀ, ਅਤੇ ਮੇਰੇ ਖਿਆਲ ਮੁਤਾਬਕ ਲੁਧਿਆਣੇ ਨੂੰ ਛੱਡੂਗਾ ਮੋਹਾਲੀ ਸ਼ਹਿਰ ਆ ਜਿਹੜਾ, ਇਹਨੇ ਆਰਥਿਕ ਰਾਜਧਾਨੀ ਬਣ ਜਾਣਾ। ਜੀ, ਔਰ ਇਹਦਾ ਜਿਹੜਾ ਹੈਗਾ ਫੈਲਾਅ ਉਹ ਬਨੂੜ ਤੱਕ ਤਾਂ ਲਗਭਗ ਹੋ ਹੀ ਗਿਆ, ਅਤੇ ਮੇਰਾ ਖਿਆਲ ਹੈ ਰਾਜਪੁਰੇ ਤੱਕ ਆ ਜਾਣੇ। ਜੀ, ਸੋ ਇਹ ਗੱਲ ਠੀਕ ਹੈ ਭਗਵੰਤ ਸਿੰਘ ਮਾਨ ਹੋਰਾਂ ਦੀ ਕਿ ਉੱਥੇ ਜੇ, ਪਰ ਉਹਨਾਂ ਨੇ ਮੰਗੀ ਜਗ੍ਹਾ। ਜੀ, ਉਹ ਜਗ੍ਹਾ ਮੰਗਣੀ ਕਿੰਨੀ ਕੁ ਜਾਇਜ਼ ਹੈ? ਮੇਰੇ ਖਿਆਲ ਬਿਲਕੁਲ ਨਹੀਂ, ਕਿਉਂਕਿ ਅਸੀਂ ਚੰਡੀਗੜ੍ਹ ਸਾਡਾ ਹੈ। ਜੀ, ਚੰਡੀਗੜ੍ਹ ਦੇ ਉੱਤੇ ਦਾਅਵਾ ਨਹੀਂ, ਸਾਡਾ ਹੱਕ ਹੈ ਸਾਡਾ। ਜੀ, ਹਰਿਆਣੇ ਵਾਲੇ ਤਾਂ ਦਾਅਵਾ ਕਰਦੇ, ਜਦੋਂ ਸਾਡਾ ਹੱਕ ਹੈ ਅਸੀਂ ਆਪਣਾ ਹੱਕ ਕਿਉਂ ਛੱਡ ਰਹੇ ਹਾਂ? ਜੀ, ਉਸ ਤੋਂ ਬਾਅਦ ਪਿਛਲੇ ਦਿਨਾਂ ਦੇ ਵਿੱਚ ਇੱਕ ਉੱਤਰੀ ਜ਼ੋਨ ਦੇ ਰਾਜਾਂ ਦੀ ਮੀਟਿੰਗ ਹੋਈ ਸੀ, ਉੱਤਰੀ ਡਿਵੈਲਪਮੈਂਟ ਕਾਉਂਸਲ ਕਹਿੰਦੇ ਆ, ਨਾਰਥ ਡਿਵੈਲਪਮੈਂਟ ਕਾਉਂਸਲ ਦੀ ਮੀਟਿੰਗ ਹੋਈ। ਉਸ ਮੀਟਿੰਗ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਹ ਗੱਲ ਕਹਿ ਦਿੱਤੀ ਜੀ ਸਾਨੂੰ ਚਾਹੀਦੀ ਹੈ ਹਾਈ ਕੋਰਟ, ਅਤੇ ਹਾਈ ਕੋਰਟ ਅਸੀਂ ਆਪਣੀ ਅਲੱਗ ਬਣਾਉਣੀ ਹੈ, ਚੰਡੀਗੜ੍ਹ ਦੇ ਵਿੱਚ ਸਾਨੂੰ ਜਗ੍ਹਾ ਦਿੱਤੀ ਜਾਵੇ, ਜੀ, ਅਸੀਂ ਉੱਥੇ ਆਪਣੀ ਹਾਈ ਕੋਰਟ ਬਣਾ ਲੈਣੀ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਸ ਮੀਟਿੰਗ ਨੂੰ ਪ੍ਰਜ਼ਾਈਡ ਓਵਰ ਕਰਦੇ, ਅਤੇ ਦੇਸ਼ ਦੇ ਗ੍ਰਹਿ ਮੰਤਰੀ ਨੇ ਕਹਿੰਦਾ ਬਿਲਕੁਲ ਜੀ ਕੋਈ ਗੱਲ ਹੀ ਨਹੀਂ, ਦੇ ਦਿਆਂਗੇ। ਜੀ, ਹੁਣ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਨੇ ਇਹ ਗੱਲ ਕਹੀ, ਇਹਦਾ ਮਤਲਬ ਤੁਸੀਂ ਕੱਢੋ ਕਿ ਇਹ ਤਾਂ ਨਹੀਂ ਵੀ ਕਿ ਉਹਨਾਂ ਨੇ ਅਰਜ਼ੀ ਪੇਸ਼ ਕੀਤੀ, ਉਹਨਾਂ ਨੇ ਗੱਲ ਕਹੀ ਅਤੇ ਉਹਨੇ ਮੰਨ ਲਿਆ। ਅਸਲ ਦੇ ਵਿੱਚ ਇਹਦੇ ਤੇ ਜਿਹਨੂੰ ਹੋਮਵਰਕ ਕਹਿੰਦੇ ਆਪਾਂ ਪਹਿਲਾਂ ਹੀ ਹੋਇਆ ਵਾ ਸੀ। ਜੀ, ਹਰਿਆਣਾ ਦੇ ਮੁੱਖ ਮੰਤਰੀ ਨੇ, ਕਿਉਂਕਿ ਉਹ ਵੀ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਹੈ, ਉਹਨਾਂ ਨੇ ਮਾਮਲਾ ਹਾਈਲਾਈਟ ਕੀਤਾ ਹੋਣਾ, ਉਹਨਾਂ ਦੇ ਧਿਆਨ 'ਚ ਲਿਆਂਦਾ ਹੋਣਾ, ਉਹਦੇ 'ਤੇ ਉਹਨਾਂ ਨੇ ਵਰਕ ਕੀਤਾ ਹੋਣਾ, ਅਤੇ ਵਰਕ ਕਰਨ ਵਾਲੀ ਗੱਲ ਹੋ ਗਈ। ਹੁਣ ਉਸ ਮੀਟਿੰਗ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਨਹੀਂ ਸੀਗੇ। ਜੀ, ਉਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਆਪਣੇ 2 ਪ੍ਰਤੀਨਿਧਾਂ ਨੂੰ ਭੇਜਿਆ ਸੀ। ਜੀ, ਇੱਕ ਸਾਡੇ ਵਿੱਤ ਮੰਤਰੀ ਹੈ ਸਰਦਾਰ ਹਰਪਾਲ ਸਿੰਘ ਚੀਮਾ, ਜੀ, ਦੂਜੇ ਹੈ ਪਾਣੀ, ਜੇਲ੍ਹਾਂ, ਮਾਈਨਿੰਗ ਔਰ ਸਕੂਲੀ ਐਜੂਕੇਸ਼ਨ ਦੇ ਮੰਤਰੀ ਹਰਜੋਤ ਸਿੰਘ ਬੈਂਸ। ਜੀ, ਕਿਉਂਕਿ ਮਾਮਲਾ ਪਾਣੀ ਦਾ ਉੱਠਣਾ ਸੀ। ਹਰਜੋਤ ਸਿੰਘ ਬੈਂਸ ਨੇ ਆਪਣੀ ਗੱਲ ਬਹੁਤ ਵਧੀਆ ਕਹੀ, ਇਹਨਾਂ ਨੇ ਵੀ ਗੱਲ, ਚੀਮਾ ਸਾਹਿਬ ਨੇ ਵੀ ਵਧੀਆ ਕਹੀ। ਲੇਕਿਨ ਜਦੋਂ ਮਨੋਹਰ ਲਾਲ ਖੱਟਰ ਵਾਲੀ ਗੱਲ ਸਪਰੈਡ ਹੋਈ, ਮੀਡੀਆ ਦੇ ਵਿੱਚ ਆ ਗਈ ਕਿ ਮਨੋਹਰ ਲਾਲ ਖੱਟਰ ਨੇ ਮੰਗ ਕੀਤੀ ਹੈ ਅਤੇ ਗ੍ਰਹਿ ਮੰਤਰੀ ਨੇ ਉਹ ਪ੍ਰਵਾਨ ਕਰ ਲਈ ਹੈ, ਜੈਸ ਕਹਿ ਦਿੱਤੀ ਹੈ। ਜੀ, ਅਤੇ ਨਾਲ ਦੀ ਨਾਲ ਹੀ ਭਗਵੰਤ ਸਿੰਘ ਮਾਨ ਵਾਲੇ ਪਾਸੇ ਇੱਕ ਟਵੀਟ ਆ ਗਿਆ ਜੀ ਸਾਨੂੰ ਵੀ ਜ਼ਮੀਨ ਚਾਹੀਦੀ ਹੈ, ਅਸੀਂ ਵੀ ਆਪਦੀ ਹਾਈ ਕੋਰਟ ਬਣਾਉਣੀ ਹੈ। ਦੂਜੀ ਗਲਤੀ, ਜੀ, ਪਹਿਲਾਂ ਹਾਈ ਕੋਰਟ ਵਾਸਤੇ ਜ਼ਮੀਨ ਮੰਗਦੇ ਹੈ ਨਵਾਂ ਚੰਡੀਗੜ੍ਹ, ਜੀ, ਦੁਬਾਰਾ ਕਹਿੰਦੇ ਜੀ ਚੰਡੀਗੜ੍ਹ ਦੇ ਵਿੱਚ ਦੇ ਦਿਓ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਤੁਸੀਂ ਇੱਕ ਤਰੀਕੇ ਦੇ ਨਾਲ ਚੰਡੀਗੜ੍ਹ ਤੋਂ ਆਪਣਾ ਹੱਕ ਛੱਡ ਰਹੇ ਹੋ। ਜੀ, ਚੰਡੀਗੜ੍ਹ ਨੂੰ ਯੂਨੀਅਨ ਟੈਰੀਟਰੀ ਰਹਿਣ ਦਿਓ, ਤੁਸੀਂ ਉਸ ਪਾਸੇ ਨੂੰ ਚੱਲ ਰਹੇ ਹੋ। ਹਰਿਆਣਾ ਤਾਂ ਪਹਿਲਾਂ ਹੀ ਚੰਡੀਗੜ੍ਹ ਦੇ ਵਿੱਚੋਂ ਨਿਕਲ ਨਹੀਂ ਰਿਹਾ, ਉਹ ਚੰਡੀਗੜ੍ਹ ਦੇ ਵਿੱਚ ਹੀ ਜ਼ਮੀਨ ਮੰਗਦਾ। ਜੀ, ਅਸੀਂ ਜਿਹੜੇ ਹੈਗੇ ਆ ਉਹ ਐਂ ਜਿਹੜੇ ਘਰ ਦੇ ਮਾਲਕ ਆ, ਪਿੰਡਾਂ ਦੇ ਵਿੱਚ ਵੱਡੇ ਵੱਡੇ ਘਰ ਹੁੰਦੇ ਨੇ, ਸਰਦਾਰਾਂ ਦੇ ਅੱਗੇ ਹੁੰਦੇ ਸੀ ਕਈ ਕਨਾਲਾਂ ਦੇ ਵਿੱਚ, ਅਤੇ ਬਾਹਰਲੇ ਪਾਸੇ ਜਦੋਂ ਨਰਮਾ ਚੁਗਣ ਵਾਲੇ ਆ ਜਾਂਦੇ ਜਾਂ ਝੋਨਾ ਲਾਉਣ ਵਾਲੇ ਤੇ ਉਹਨਾਂ ਤੰਬੂ ਲਵਾ ਦਿੰਦੇ ਸੀ। ਜੀ, ਹਰਿਆਣੇ ਵਾਲਿਆਂ ਨੇ ਤੰਬੂ ਲਾਏ ਹੋਏ ਆ ਉੱਥੇ, ਬਿਲਕੁਲ। ਉਹ ਅਸਲ ਮਾਲਕ ਨਹੀਂ, ਅਸਲ ਮਾਲਕ ਤਾਂ ਪੰਜਾਬ ਵਾਲੇ। ਜੀ, ਹੁਣ ਤੰਬੂਆਂ ਵਾਲਿਆਂ ਨੇ ਤਾਂ ਕੋਈ ਆਪਦਾ ਪ੍ਰਬੰਧ ਕਰਨਾ ਹੀ ਹੈ ਨਾ ਜੀ, ਅਸੀਂ ਆਪਦੇ 2 ਕੋਠੇ ਪਾ ਲਈਏ ਤਾਂ ਆਪਦੀ ਜਗ੍ਹਾ ਮੰਗਣਗੇ। ਜੀ, ਅਤੇ ਜਿਹੜੇ ਹਵੇਲੀਆਂ ਦੇ ਮਾਲਕ ਹੈ ਜੇ ਉਹ ਹਵੇਲੀ ਛੱਡਣਗੇ ਤਾਂ ਫਿਰ ਇਹਦੇ 'ਚ ਅੰਦਾਜ਼ਾ ਲਾਓ ਤੁਸੀਂ ਵੀ ਇਹ ਤਾਂ ਕੋਈ ਨਾ ਕੋਈ ਗੜਬੜ ਹੈਗੀ। ਜੀ, ਹੁਣ ਇੱਥੇ ਸਵਾਲ ਇਹ ਹੁੰਦਾ ਵੀ ਕੀ ਇਹ ਗੱਲ ਭਗਵੰਤ ਸਿੰਘ ਮਾਨ ਨੇ ਆਪ ਕਹੀ ਹੈ? ਇਹ ਟਵਿੱਟਰ ਜਿਹੜਾ ਹੈਗਾ, ਜਿਹੜਾ ਟਵੀਟ ਉਹਨਾਂ ਨੇ ਕੀਤਾ, ਉਹਨਾਂ ਨੇ ਆਪ ਕੀਤਾ ਹੈ? ਜੀ, ਜਾਂ ਇਸ ਟਵੀਟ ਦਾ ਕੰਟਰੋਲ ਜਿਹੜੀ ਦਿੱਲੀ ਵਾਲਿਆਂ ਨੇ ਪਣ ਮੀਡੀਆ ਦੇ ਜ਼ਰੀਏ ਇੱਕ ਵੱਡੀ ਭਾਰੀ ਭਰਕਮ ਟੀਮ ਭੇਜੀ ਹੈ, ਜੀ, ਉਹਨਾਂ ਦੇ ਕੋਲੇ ਹੈ? ਜਾਂ ਜਿਹੜੇ ਦਿੱਲੀ ਵਾਲੇ ਪ੍ਰਭੂ ਹੈ ਉਹਨਾਂ ਦੇ ਕੋਲੇ, ਭਗਵੰਤ ਸਿੰਘ ਮਾਨ ਕੋਲੇ ਕੀ ਹੈ? ਅਗਲੀ ਗੱਲ, ਟਵੀਟ ਜਿਹੜੇ ਹੈਗੇ ਹੈ 2 ਭਾਸ਼ਾਵਾਂ 'ਚ ਆਉਂਦੇ ਹੈ। ਜੀ, ਪਹਿਲੀ ਭਾਸ਼ਾ ਆਉਂਦੀ ਹੈ ਪੰਜਾਬੀ, ਜੀ, ਅਤੇ ਫਿਰ ਹਿੰਦੀ 'ਚ ਟਵੀਟ ਆਉਂਦਾ ਹੈ। ਮੇਰੇ ਯਾਦ ਆ ਅਸੈਂਬਲੀ 'ਚ ਭਗਵੰਤ ਸਿੰਘ ਮਾਨ ਹੋਰੀ ਜਦੋਂ ਜਵਾਬ ਦੇ ਰਹੇ ਸੀ ਬਹਿਸ ਦਾ, ਬਜਟ ਦੇ ਉੱਤੇ ਬਹਿਸ ਹੋ ਰਹੀ ਸੀ ਜਾਂ ਗਵਰਨਰ ਦੇ ਭਾਸ਼ਣ 'ਤੇ ਬਹਿਸ ਹੋ ਰਹੀ ਸੀ,
ਉਦੋਂ ਕਿਤੇ ਕਿਸੇ ਨੇ ਬੋਲਦਿਆਂ ਕਹਿ ਦਿੱਤਾ ਸੀ, ਸ਼ਾਇਦ ਇਹਨਾਂ ਨੇ ਕਹਿਤਾ, ਰਾਜੇ ਵੜਿੰਗ ਨੇ ਕਹਿਤਾ ਜਾਂ ਵਿਰੋਧੀ ਧਿਰ ਦੇ ਆਗੂ ਹੈ ਬਾਜਵਾ ਸਾਹਿਬ, ਉਹਨਾਂ ਨੇ ਕਿਤੇ ਕਹਿ ਦਿੱਤਾ ਲੋਕ ਹਿੰਦੀ ਦਾ ਸ਼ਬਦ ਹੈ, ਤੇ ਭਗਵੰਤ ਸਿੰਘ ਮਾਨ ਕਹਿੰਦਾ ਨਹੀਂ, ਲੋਕਾਂ ਦੀ ਗੱਲ ਕਰੋ, ਲੋਕਾਂ ਦੀ ਨਹੀਂ, ਅਸੀਂ ਲੋਕਾਂ ਦੀ ਗੱਲ ਕਰਦੇ ਹਾਂ, ਲੋਕਾਂ ਦੀ ਨਹੀਂ। ਮਤਲਬ ਐਂ ਦਿਖਾਤਾ ਜਿਵੇਂ ਇਹਨਾਂ ਦੇ ਲੋਕਾਂ ਦੀ ਗੱਲ ਕਰਕੇ ਇਹਨੇ ਕੋਈ ਬਹੁਤ ਵੱਡਾ ਗੁਨਾਹ ਕਰ ਲੈਣਾ। ਜਿਹੜੇ ਪਾਰਲੀਮੈਂਟ ਦੇ ਮੈਂਬਰ ਹੈ ਜੀ, ਉਹ ਜਦੋਂ ਜਾ ਕੇ ਦਿੱਲੀ ਗੱਲ ਕਰਦੇ ਆ, ਉੱਥੇ ਉਹਨੂੰ ਪਾਰਲੀਮੈਂਟ 'ਚ ਬੋਲਣਾ ਪੈਂਦਾ, ਭਾਵੇਂ ਅੰਦਰੋਂ ਉਹ ਲੋਕ ਕਹਿਣ, ਲੇਕਿਨ ਬਾਹਰਲੇ ਜਿਹੜੇ ਅੱਗੇ ਬੈਠੇ ਹੁੰਦੇ ਉਹਨਾਂ ਨੂੰ ਸਮਝਾਉਣ ਵਾਸਤੇ ਉਹ ਕਈ ਵਾਰੀ ਲੋਕ ਕਹਿ ਦਿੰਦੇ ਜੀ, ਉਹਨਾਂ ਨੂੰ ਹਿੰਦੀ 'ਚ ਵੀ ਉੱਥੇ ਕੁਝ ਸ਼ਬਦ ਬੋਲਣੇ ਪੈਂਦੇ ਜੀ। ਪਰ ਜਿਹੜਾ ਇਹ ਟਵੀਟ ਕਰਤਾ ਕਿ ਸਾਨੂੰ ਵੀ ਜ਼ਮੀਨ ਚਾਹੀਦੀ ਹੈ ਚੰਡੀਗੜ੍ਹ ਵਾਸਤੇ, ਹਾਈ ਕੋਰਟ ਵਾਸਤੇ ਚੰਡੀਗੜ੍ਹ ਦੇ ਵਿੱਚ, ਉੱਥੇ ਫਿਰ ਹਿੰਦੀ ਕਿਉਂ ਇਸਤੇਮਾਲ ਕਰ ਲਈ? ਜੀ, ਆਪ ਹਿੰਦੀ ਇਸਤੇਮਾਲ ਕਰਦੇ ਤਾਂ ਮਤਲਬ ਭਗਵੰਤ ਮਾਨ ਦੇ ਕੋਲ ਉਹਦਾ ਕੰਟਰੋਲ ਹੈ ਨਹੀਂਗਾ, ਉਹਦਾ ਕੰਟਰੋਲ ਕਿਸੇ ਕੋਲ ਹੋਰ ਸੀ। ਭਗਵੰਤ ਮਾਨ ਨੇ ਅੱਜ ਤੱਕ ਉਹਦਾ ਖੰਡਨ ਨਹੀਂ ਕੀਤਾ। ਜੇ ਸਿਆਪਾ ਇਹਦਾ ਪੈ ਗਿਆ, ਇਹਦਾ ਸਿਆਪਾ ਕੱਲ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਜੀ। ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਸਰਦਾਰ ਪ੍ਰੇਮ ਸਿੰਘ ਚੰਦੂਮਾਜਰਾ ਮੀਡੀਆ ਦੇ ਸਾਹਮਣੇ ਆਉਂਦੇ ਜੀ, ਔਰ ਕਹਿੰਦੇ ਕੀ ਹੈ, ਚੰਡੀਗੜ੍ਹ ਦੇ ਮੁੱਦੇ ਦੇ ਉੱਤੇ ਭਗਵੰਤ ਸਿੰਘ ਮਾਨ ਆਪਣਾ ਬਿਆਨ ਵਾਪਸ ਲਵੇ ਜੀ। ਜੇ ਭਗਵੰਤ ਸਿੰਘ ਮਾਨ ਨੇ 20 ਜੁਲਾਈ ਤੱਕ ਆਪਣਾ ਬਿਆਨ ਵਾਪਸ ਨਾ ਲਿਆ ਜੀ, ਤਾਂ ਫਿਰ ਅਕਾਲੀ ਦਲ ਸੰਘਰਸ਼ ਕਰੂਗਾ ਜੀ। ਤੇ ਜਦੋਂ ਅਕਾਲੀ ਦਲ ਸੰਘਰਸ਼ ਦੀ ਗੱਲ ਕਰਦੇ ਹੈ, ਉਦੋਂ ਮਤਲਬ ਹੁੰਦਾ ਅਕਾਲੀ ਮੋਰਚਾ ਲੱਗੂਗਾ ਜੀ। ਫਿਰ ਉਹ ਅਕਾਲੀ ਦਲ ਮੋਰਚਾ ਲੱਗੂਗਾ, ਕਿਉਂਕਿ ਅਕਾਲੀ ਦਲ ਹਾਸ਼ਕੀ ਤੇ ਜਾ ਚੁੱਕਾ ਹੈ। ਅਕਾਲੀ ਦਲ ਨੂੰ ਬਹਾਨਾ ਚਾਹੀਦਾ ਹੈ ਤੇ ਬਹਾਨਾ ਉਹਨੂੰ ਮਿਲ ਗਿਆ। ਇਹ ਤਾਂ ਹੋਗੀ ਭਗਵੰਤ ਸਿੰਘ ਮਾਨ ਦੀ ਗੱਲ, ਉਹ ਸਰਕਾਰ ਦਾ ਮੁਖੀ ਹੈ। ਦੂਜੇ ਪਾਸੇ ਮਾਲਵਿੰਦਰ ਸਿੰਘ ਕੰਗ ਜੀ, ਉਹ ਆਮ ਆਦਮੀ ਪਾਰਟੀ ਦੇ ਮੁੱਖ ਸਪੋਕਸਮੈਨ ਹੈ, ਪ੍ਰਮੁੱਖ ਸਪੋਕਸਮੈਨ ਜੀ। ਉਹਨਾਂ ਨੇ ਕੱਲ੍ਹ ਇੱਕ ਕਾਨਫਰੰਸ ਕੀਤੀ ਹੈ ਜੀ, ਪ੍ਰੈਸ ਕਾਨਫਰੰਸ ਕੀਤੀ। ਪੱਤਰਕਾਰਾਂ ਨੂੰ ਉਹ ਕੀ ਕਹਿੰਦੇ ਹੈ, ਉਹ ਕਹਿੰਦੇ ਜੀ ਗੱਲ ਇਹ ਹੈ, ਹਰਿਆਣੇ ਵਾਲੇ ਤਾਂ ਕਹਿੰਦੇ ਆ ਸਾਨੂੰ ਇੱਥੇ ਜ਼ਮੀਨ ਦਿਓ, ਚੰਡੀਗੜ੍ਹ ਦੇ ਵਿੱਚ ਹਰਿਆਣੇ ਵਾਲਿਆਂ ਨੂੰ 1 ਇੰਚ ਵੀ ਜ਼ਮੀਨ ਨਹੀਂ ਲੈਣ ਦੇਵਾਂਗੇ ਅਸੀਂ। ਜੀ। ਹਰਿਆਣੇ ਵਾਲੇ ਕਿਵੇਂ ਲੈਣਗੇ? ਅਸੀਂ ਉਹਨਾਂ ਨੂੰ ਬਿਲਕੁਲ ਨਹੀਂ ਲੈਣ ਦੇਵਾਂਗੇ, ਅਸੀਂ ਸੰਘਰਸ਼ ਕਰਾਂਗੇ, ਅੰਦੋਲਨ ਕਰਾਂਗੇ ਜੀ। ਹੁਣ ਤੁਹਾਡਾ ਤਾਂ ਮੁੱਖ ਮੰਤਰੀ ਵੀ ਮੰਗੀ ਜਾਂਦਾ ਹੈ ਆਪਦੇ ਵਾਸਤੇ, ਤੁਸੀਂ ਹਰਿਆਣੇ ਵਾਲਿਆਂ ਦਾ ਵਿਰੋਧ ਕਰੋਗੇ ਜੀ। ਇਹਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਆਰਗੇਨਾਈਜੇਸ਼ਨ ਹੈ, ਪਾਰਟੀ ਹੈ, ਉਹ ਕਿਸੇ ਹੋਰ ਰਾਹ 'ਤੇ ਤੁਰੀ ਜਾਂਦੀ ਹੈ ਤੇ ਮੁੱਖ ਮੰਤਰੀ ਕਿਸੇ ਹੋਰ ਰਾਹ 'ਤੇ ਤੁਰੇ ਜਾਂਦੇ। ਜਾਂ ਭੰਬਲਪੂਸੇ ਹੀ ਪੈ ਗਿਆ, ਦੋਨੇ ਭੰਬਲਪੂਸੇ 'ਚ ਪੈ ਗਏ, ਪਤਾ ਹੀ ਨਹੀਂ ਵੀ ਕਿਹਨੇ ਕੀ ਕਰਨਾ। ਜੇ ਭਗਵੰਤ ਸਿੰਘ ਮਾਨ ਦਾ ਟਵਿੱਟਰ ਹੈਂਡਲ ਕਿਸੇ ਹੋਰ ਦੇ ਕੋਲੇ ਔਰ ਜੋ ਮਰਜ਼ੀ ਹੈ ਲਿਖਤੀ, ਭਗਵੰਤ ਮਾਨ ਖੰਡਨ ਕਰਨ ਦੇ ਸਮਰੱਥ ਨਹੀਂ ਹੈ ਜੀ ਕਿ ਦਿੱਲੀ ਵਾਲੇ ਪ੍ਰਭੂ ਨੂੰ ਆਪਾਂ ਕਿਵੇਂ ਨਾਰਾਜ਼ ਕਰਾਂਗੇ। ਉਧਰੋਂ ਕਹਿ ਦਿੱਤਾ ਵੀ ਇਹ ਤਾਂ ਯਾਰ ਆਪਾਂ ਨੂੰ ਬੈਕਫਾਇਰ ਕਰ ਗਿਆ, ਅਸੀਂ ਤਾਂ ਗਲਤੀ ਕਰ ਬੈਠੇ। ਜੀ। ਗਲਤੀ ਤਾਂ ਉਹਨਾਂ ਨੇ ਕੀਤੀ ਹੈ, ਇਹਦਾ ਹੁਣ ਆਪਾਂ ਕਿਵੇਂ ਕਰੀਏ, ਜਿਹੜਾ ਡੈਮੇਜ ਕੰਟਰੋਲ ਕਿਵੇਂ ਕਰੀਏ ਜੀ। ਤੇ ਡੈਮੇਜ ਕੰਟਰੋਲ ਵਾਸਤੇ ਕੰਗ ਸਾਹਿਬ ਨੂੰ ਕਹਿੰਦਾ, ਕੰਗ ਸਾਹਿਬ ਤੁਸੀਂ ਬਹਿ ਜਾਓ। ਹੁਣ ਕੰਗ ਸਾਹਿਬ ਮੇਰੇ ਮਿੱਤਰ ਤਾਂ ਨਹੀਂ ਹੈਗੇ, ਪਰ ਵਾਕਫਕਾਰ ਜ਼ਰੂਰ ਹੈ ਜੀ। ਮੈਂ ਵਿਦਵਾਨ ਬੰਦਾ ਹੈ, ਪੰਜਾਬ ਯੂਨੀਵਰਸਿਟੀ ਦਾ ਉਹ ਲੀਡਰ ਹੈ, ਰਿਹਾ ਵਿਦਿਆਰਥੀ ਲੀਡਰ ਰਿਹਾ ਹੈ ਔਰ ਬਹੁਤ ਵਧੀਆ ਰੈਪੂਟੇਸ਼ਨ ਹੈ। ਉਹੇ ਜਿਹੇ ਬੰਦੇ ਦੀ ਪੋਜੀਸ਼ਨ ਜਿਹੜੀ ਹੈਗੀ ਕੱਲ੍ਹ ਲਿਆ ਕੇ ਜਿੱਥੇ ਖੜੀ ਕਰਤੀ ਕਿ ਉਹਦਾ ਟਕਰਾਅ ਆਪਦੇ ਮੁੱਖ ਮੰਤਰੀ ਨਾਲ ਕਰਵਾਇਆ ਜਾ ਰਿਹਾ। ਇਹ ਗੱਲ ਜਿਹੜੀ ਹੈਗੀ ਹੈ ਮੇਰੀ ਸਮਝ ਤੋਂ ਪਰੇ ਹੈ, ਔਰ ਜੇ ਮੇਰੀ ਸਮਝ ਤੋਂ ਗੱਲ ਪਰੇ ਹੈ ਤਾਂ ਇਹਦਾ ਮਤਲਬ ਹੈ ਕਿ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਤੇ ਉਹਦੀ ਸਰਕਾਰ ਦਾ ਅਸਰ ਕੀ ਜਾਂਦਾ ਹੈ। ਹਾਂ, ਫਰਕ ਹੁੰਦਾ ਹੈ। RSS ਜਿਹੜੀ ਹੈਗੀ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਜਨਨੀ ਹੈ ਜੀ। ਭਾਰਤੀ ਜਨਤਾ ਪਾਰਟੀ ਨੂੰ ਜਨਮ RSS ਨੇ ਦਿੱਤਾ, RSS ਉਹਦੀ ਮਾਂ ਹੈ ਜੀ। RSS ਜਿਹੜਾ ਕੰਮ ਕਰਦੀ ਹੈ ਹੋਰ ਕਰਦੀ ਹੈ ਜੀ। ਭਾਰਤੀ ਜਨਤਾ ਪਾਰਟੀ ਬਤੌਰ ਪੋਲੀਟੀਕਲ ਪਾਰਟੀ ਕੰਮ ਕਰਦੀ ਹੈ, ਹੋਰ ਕਰਦੀ ਹੈ ਜੀ। ਉਹ ਆਰਗੇਨਾਈਜੇਸ਼ਨ ਨੂੰ ਕਹਿੰਦੇ ਜੀ ਕਾਰਿਆਕਰਤਾ, ਉਹਨਾਂ ਦਾ ਸ਼ਬਦ ਇਹ ਕਾਰਿਆਕਰਤਾ ਹੈ। ਕਾਰਿਆਕਰਤਾ ਨੂੰ ਜੋ ਡਿਊਟੀ ਦਿੱਤੀ ਉਹਨੇ ਉੱਥੇ ਖੜਨਾ ਹੀ ਖੜਨਾ। ਜਿਹੜੇ ਸਰਕਾਰ ਵਾਲੇ ਉਹ ਕੁਛ ਹੋਰ ਕਰਦੇ ਜੀ। ਸਰਕਾਰ ਵਾਲਿਆਂ ਨੂੰ ਬੜਾ ਕੁਛ ਕਰਨਾ ਪੈਂਦਾ। ਹੁਣ ਜੇ ਪ੍ਰਧਾਨ ਮੰਤਰੀ ਆਉਂਦਾ ਹੈ ਉਹ ਕਹਿੰਦਾ ਮੁਸਲਮਾਨਾਂ ਦਾ, ਹਿੰਦੂਆਂ ਦਾ, ਸਿੱਖਾਂ ਦਾ ਕੋਈ ਫਰਕ ਨਹੀਂ, ਲੇਕਿਨ ਜੇ BJP ਦੇ ਕਾਰਿਆਕਰਤਾ ਦੇਖੀ ਉਹਨਾਂ ਨੂੰ ਹਦਾਇਤਾਂ ਕਿੱਥੋਂ ਮਿਲਦੀਆਂ? ਨਾਗਪੁਰ ਤੋਂ, RSS ਦੇ ਹੈਡਕੁਆਟਰ ਤੋਂ। ਉਹ ਜਿਹੜੀਆਂ ਗੱਲਾਂ ਕਰਦੇ ਉਹ ਫਿਰ ਆਪਦਾ ਜਿਹੜਾ ਏਜੰਡਾ ਹੈ ਉਸ ਏਜੰਡੇ ਦੇ ਮੁਤਾਬਕ ਚੱਲਦੇ। ਇੱਥੇ ਹੁਣ ਇਹ ਨਹੀਂ ਸਮਝ ਆਉਂਦੀ ਕਿ ਆਪ ਦਾ ਏਜੰਡਾ ਕੀ ਹੈ ਜੀ। ਉਹ ਕਿਤੇ ਦਿੱਲੀ ਮਾਡਲ ਤਾਂ ਨਹੀਂ। ਜੇ ਇਹ ਦਿੱਲੀ ਮਾਡਲ ਹੈ ਤਾਂ ਮੇਰੇ ਖਿਆਲ ਮੁਤਾਬਕ ਫਿਰ ਇਹ ਗੁਜਰਾਤ ਮਾਡਲ ਨਾਲੋਂ ਵੀ ਮਾੜਾ ਮਾਡਲ ਹੈ। ਇਸ ਕਰਕੇ ਸਥਿਤੀ ਮੈਨੂੰ ਜ਼ਿਆਦਾ ਜਿਹੜੀ ਲੱਗਦੀ ਉਹ ਭੰਬਲ ਭੂਸੇ ਵਾਲੀ ਹੈ, ਪਤਾ ਨਹੀਂ ਲੱਗਦਾ, ਕਿਉਂਕਿ ਆਸ ਉਮੀਦ ਹੈ ਨਹੀਂ ਸੀ ਕਿ ਸਾਨੂੰ ਇੰਨੀ ਹਮਾਇਤ ਮਿਲ ਜੂ। ਲੋਕਾਂ 'ਚੋਂ ਹਮਾਇਤ ਮਿਲ ਗਈ ਔਰ ਉਹ ਹਮਾਇਤ ਹੁਣ ਇਹਨਾਂ ਤੋਂ ਸੰਭਾਲ ਨਹੀਂ ਹੁੰਦੀ ਜੀ। ਥੋੜਾ ਜਿਹਾ ਪਿੱਛੇ ਵੱਲ ਨੂੰ ਚੱਲਦੇ ਹਾਂ ਢਿੱਲੋਂ ਸਾਹਿਬ, ਤੇ ਚੰਨੀ ਸਰਕਾਰ ਦਾ ਸਮਾਂ ਸੀ ਜਿਹੜਾ ਚੰਨੀ ਸਰਕਾਰ ਵੇਲੇ ਵੰਡੀਆਂ ਖੇਡ ਕਿੱਟਾਂ ਵੀ ਸਵਾਲਾਂ ਦੇ ਘੇਰੇ 'ਚ ਨੇ, ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਮੈਂ ਪਹਿਲਾਂ ਗੱਲ ਕਰਕੇ ਹਟਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ 500 ਕਰੋੜ ਰੁਪਈਆ ਰੱਖਿਆ ਸੀ ਐਡਵਰਟਾਈਜ਼ਮੈਂਟ ਵਾਸਤੇ ਜੀ। ਉਹਨਾਂ ਨੂੰ ਮੌਕਾ ਨਹੀਂ ਮਿਲਿਆ ਤੇ ਉਹ ਚੰਨੀ ਸਰਕਾਰ ਨੇ, ਤੁਸੀਂ ਦੇਖੋ ਚੰਨੀ ਕਰਦਾ
ਮਸਲੇ ਹੱਲ, ਘਰ ਘਰ ਚੱਲਦੀ ਇੱਕੋ ਗੱਲ, ਇਸ਼ਤਿਹਾਰ ਹੁੰਦੇ ਸੀ ਐਡੇ ਐਡੇ ਵੱਡੇ ਵੱਡੇ ਇਸ਼ਤਿਹਾਰ। ਅੱਜ ਜਿਹੜੇ ਇਸ਼ਤਿਹਾਰ ਹੁਣ ਆਮ ਆਦਮੀ ਪਾਰਟੀ ਵਾਲਿਆਂ ਦੇ ਆ ਰਹੇ ਹੈ, ਇਤਰਾਜ਼ ਇਹਨਾਂ ਤੇ ਵੀ ਹੈਗਾ, ਜੀ ਇਤਰਾਜ਼ ਉਹਨਾਂ ਤੇ ਵੀ ਸੀ ਕਿ ਲੋਕਾਂ ਦਾ ਪੈਸਾ ਤੁਸੀਂ ਪਾਣੀ ਨੂੰ ਕਿਉਂ ਬਹਾਉਂਦੇ ਹੋ। ਜੀ ਉਹਨਾਂ ਦਾ ਇੰਨਾ ਕੁ ਸੀ ਕਿ ਉਹ ਪੰਜਾਬ ਦੇ ਅਖਬਾਰਾਂ ਦੇ ਵਿੱਚ ਪੰਜਾਬ ਦੇ ਲੋਕਾਂ ਲਈ ਇਸ਼ਤਿਹਾਰ ਦਿੰਦੇ ਸੀ। ਇਹ ਪੰਜਾਬ ਤੋਂ ਬਾਹਰ ਜਿਵੇਂ ਤੁਸੀਂ ਦੇਖੋ ਵੀ ਗੁਜਰਾਤ ਵਾਸਤੇ ਸੀ, ਹਿਮਾਚਲ ਪ੍ਰਦੇਸ਼ ਵਾਸਤੇ, ਹੋਰਾਂ ਕਈ ਸੂਬਿਆਂ ਵਾਸਤੇ ਵੀ, ਜੀ ਦੇਸ਼ ਭਰ ਦੇ ਸੂਬਿਆਂ ਦੇ ਜਿਹੜੇ ਆ, ਕਿਉਂਕਿ 2024 ਦੀਆਂ ਚੋਣਾਂ ਆ ਰਹੀਆਂ, ਪੈਸੇ ਪੰਜਾਬ ਦੇ ਲੋਕਾਂ ਦੇ ਤੇ ਉੱਥੇ ਜਿਹੜੇ ਉਹ ਖਰਚ ਵਗੈਰਾ ਹੁੰਦੇ। ਜੀ ਇਸੇ ਤਰੀਕੇ ਜੇ ਆਪਾਂ ਦੇਖੀਏ ਤਾਂ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਆ ਕੇ ਸਰਕਾਰੀ ਪੈਸੇ ਦੀ ਦੁਰਵਰਤੋਂ ਬਹੁਤ ਹੁੰਦੀ ਹੈ। ਜੀ ਮੇਰੇ ਯਾਦ ਆ ਉਹ ਸਮਾਂ ਕਿ ਜਦੋਂ ਇੱਥੇ ਇਲੈਕਸ਼ਨਾਂ ਹੁੰਦੀਆਂ ਸੀ 2009 ਵਾਲੀਆਂ ਤੇ 2014 ਵਾਲੀਆਂ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਸੀ, ਬੀਬੀ ਹਰਸਿਮਰਤ ਕੌਰ ਬਾਦਲ ਇੱਥੋਂ ਚੁਣ ਕੇ ਗਏ ਹੈ ਜੀ ਪਾਰਲੀਮੈਂਟ ਦੇ ਵਿੱਚ। ਉਦੋਂ ਇਹਨਾਂ ਨੇ ਤਾਂ ਦੇਣੇ ਸੀ, ਉਦੋਂ ਵੀ ਖੇਡ ਕਿੱਟਾਂ ਵੰਡੀਆਂ ਹੋਈਆਂ ਸੀ। ਜੀ ਉਹ ਖੇਡ ਕਿੱਟਾਂ ਵੀ ਜਿਹੜੀਆਂ ਜੇ ਆਪਾਂ ਦੇਖੀਏ ਉਹ ਕਿਹੜੇ ਕੋਟੇ 'ਚ ਸੀ, ਸਰਕਾਰੀ ਪੈਸੇ ਦੇ ਵਿੱਚ ਹੀ ਹੁੰਦੀਆਂ ਸੀ। ਜੀ ਉਸ ਵੇਲੇ ਰਾਜ ਸਭਾ ਦੇ ਜਿਹੜੇ ਮੈਂਬਰ ਸੀ ਅਕਾਲੀ ਦਲ ਦੇ, ਮਸਲਨ ਜੇ ਦੇਖੀਏ ਆਪਾਂ ਸਰਦਾਰ ਬਲਵਿੰਦਰ ਸਿੰਘ ਭੁੰਡਰ ਤਾਂ ਬਠਿੰਡੇ ਨੂੰ ਬਿਲੋਂਗ ਕਰਦੇ, ਜੀ ਲੋਕ ਸਭਾ ਦੇ ਮੈਂਬਰ ਨੇ ਜੇ MP ਲੈਟ ਦਾ ਪੈਸਾ ਦੇਣਾ ਉਹ ਆਪਦੇ ਹਲਕੇ 'ਚ ਦੇ ਸਕਦੇ, ਜੀ। ਆਪਣੇ ਹਲਕੇ ਤੋਂ ਬਾਹਰ ਨਹੀਂ। ਜੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਜੇ ਡਿਵੈਲਪਮੈਂਟ ਵਾਸਤੇ ਕਿਸੇ ਕੰਮ ਵਾਸਤੇ ਪੈਸੇ ਦੇਣੇ ਤਾਂ ਸਿਰਫ ਬਠਿੰਡੇ ਹੀ ਦੇਣਗੇ। ਜੀ ਲੇਕਿਨ ਰਾਘਵ ਚੱਡੇ ਨੇ ਉਹ ਪੈਸੇ ਦੇਣੇ ਹੁਣ ਭਾਰਤ 'ਚ ਕਿਤੇ ਵੀ ਦੇ ਸਕਦੇ, ਜੀ ਕਿਉਂਕਿ ਮੈਂਬਰ ਰਾਜ ਸਭਾ ਹੈ। ਜੀ ਰਾਜ ਸਭਾ ਦੇ ਮੈਂਬਰ ਦਾ ਹਲਕਾ ਸਾਰਾ ਭਾਰਤ ਹੈ। ਜੀ ਲੋਕ ਸਭਾ ਦੇ ਮੈਂਬਰ ਦਾ ਹਲਕਾ ਸਿਰਫ ਉਹਦਾ ਆਪਣਾ ਹਲਕਾ ਜਿੱਥੋਂ ਚੁਣ ਕੇ ਹੈ, ਜੀ। ਕਿਉਂਕਿ ਰਾਜ ਸਭਾ ਦਾ ਮੈਂਬਰ ਸਾਰਿਆਂ ਤੋਂ। ਸੋ ਮਿਸਟਰ ਨਰੇਸ਼ ਗੁਜਰਾਲ, ਇੰਦਰ ਕੁਮਾਰ ਗੁਜਰਾਲ ਦੇ ਬੇਟੇ, ਜੀ ਉਹ ਅਕਾਲੀ ਦਲ ਦੇ ਲੋਕ ਸਭਾ ਦੇ ਰਾਜ ਸਭਾ ਦੇ ਮੈਂਬਰ ਸੀ, ਜੀ ਔਰ ਉਹਨਾਂ ਦਾ ਪੈਸਾ ਵੀ ਇੱਥੇ ਵੰਡਿਆ ਜਾਂਦਾ ਸੀ। ਜੀ ਕਿੱਟਾਂ ਕੁੱਟਾਂ ਜਿਹੜੀਆਂ ਉਸ ਵੇਲੇ ਵੰਡੀਆਂ ਜਾਂਦੀਆਂ ਸੀ ਉਸ ਪੈਸੇ 'ਚ ਵੰਡੀਆਂ ਜਾਂਦੀਆਂ ਸੀ। ਜੀ ਵੈਸੇ ਤਾਂ ਮੁੱਖ ਮੰਤਰੀ ਰਹੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦੇ ਕੋਲ ਬਥੇਰੀ ਪਾਵਰ ਸੀਗੀ। ਸਾਰਾ ਜਿਹੜਾ ਤੁਹਾਡਾ ਰੂਰਲ ਡਿਵੈਲਪਮੈਂਟ ਫੰਡ ਹੈ ਜਿਹੜਾ ਉਹ ਵੀ ਬਠਿੰਡੇ 'ਚ ਹੀ ਲੱਗਦਾ ਸੀ ਵਗੈਰਾ ਵਗੈਰਾ। ਜੀ ਠੀਕ ਇਸੇ ਤਰ੍ਹਾਂ ਜਿਹੜੀਆਂ ਖੇਡਾਂ ਖੇਡ ਕਿਹੋ ਜਿਹੀ ਚੀਜ਼ ਹੈ ਜਿਹੜੀ ਨੌਜਵਾਨ ਵਰਗ ਨੂੰ ਪ੍ਰਭਾਵਿਤ ਕਰਦੀ ਹੈ, ਜੀ ਤੇ ਨੌਜਵਾਨ ਵਰਗ ਦੇ ਵਿੱਚ એનર્ਜੀ ਹੁੰਦੀ ਹੈ, ਫਿਰ ਜਦੋਂ ਉਹ ਇਲੈਕਸ਼ਨ 'ਚ ਕੰਮ ਕਰਦੇ ਉਹ ਵਧੀਆ ਕਰਦੇ। ਜੀ ਸੋ ਜਦੋਂ ਇਹ 100 ਦਿਨਾਂ ਦੀ ਸਰਕਾਰ ਸੀ, 100 ਦਿਨਾਂ ਦੀ ਸਰਕਾਰ ਨੇ ਕਿ ਵੀ ਹੁਣ ਲੋਕਾਂ ਨੂੰ ਆਪਾਂ ਵੱਧ ਤੋਂ ਵੱਧ ਆਪਦੇ ਜਿਹੜਾ ਹੈਗਾ ਪੁਚਲਾਵੇ 'ਚ ਲਈਏ ਕਿ ਜੀ ਇਹ ਕੰਮ ਬੜੀ ਕਰਦੀ ਹੈ। ਜੀ ਸੋ ਇਹਨਾਂ ਨੇ ਪਹਿਲਾਂ ਦਾ ਫੈਸਲਾ ਇਹ ਕੀਤਾ ਜੀ ਵੀ ਜਿਹੜੇ ਖਿਡਾਰੀ ਹੈ ਤੇ ਖਿਡਾਰੀਆਂ ਨੂੰ ਆਪਾਂ ਕਿੱਟਾਂ ਦੇਣੀਆਂ, ਤੇ ਕਿੱਟਾਂ ਦੀ ਵੀ ਪੈਸੇ ਕਿਉਂ ਨਾ ਦਿੱਤੇ ਜਾਣ, ਜੀ ਉਹ ਆਪਦੀ ਮਰਜ਼ੀ ਨਾਲ ਚੰਗਾ ਸਮਾਨ ਖਰੀਦ ਲੈਣ। ਸ਼ਨਾਖਤ ਕੀਤੀ ਜੀ ਇਹਨਾਂ ਨੇ ਖਿਡਾਰੀਆਂ ਦੀ, 10,000 ਤੇ 300 ਖਿਡਾਰੀ ਜਿਹੜੇ ਹੈ ਉਹ ਚੁਣੇ। ਜੀ ਸਾਰਿਆਂ ਦੇ ਜੇ ਨਹੀਂ ਪੈਸੇ ਭੇਜੇ ਸੀ, ਸਿਰਫ 1400 ਖਿਡਾਰੀਆਂ ਦੇ ਖਾਤਿਆਂ ਦੇ ਵਿੱਚ ਪ੍ਰਤੀ ਖਿਡਾਰੀ 3000 ਰੁਪਈਆ ਜੀ ਉਹਨਾਂ ਦੇ ਖਾਤਿਆਂ ਦੇ ਵਿੱਚ ਪੇਮੈਂਟ ਪਾਤੀ, ਪੈਸੇ ਪਾਤੇ। ਠੀਕ ਹੈ, ਇਸ ਹਿਸਾਬ ਦੇ ਨਾਲ 2.67 ਕਰੋੜ ਰੁਪਈਏ ਦੀ ਰਕਮ ਇਹਨਾਂ ਨੇ ਵੰਡਤੀ। ਜੀ ਬਾਅਦ ਦੇ ਵਿੱਚ ਗੱਲ ਆਈ ਯਾਰ ਵੀ ਜੀ ਆਪਾਂ ਪੈਸੇ ਤਾਂ ਉਹਨਾਂ ਨੂੰ ਫੜਾਤੇ, ਇਹ ਤਾਂ ਹੁਣ ਉਹਨਾਂ ਕੋਲ ਪੈਸੇ ਚਲੇ ਗਏ ਤੇ ਖਿਡਾਰੀ ਖੇਡ ਲੈਣਗੇ। ਹੁਣ ਆਪਾਂ ਬਹੁਤੇ ਖਿਡਾਰੀਆਂ ਦੇ ਉੱਤੇ ਆਪਣਾ ਅਸਰ ਪਾਉਣਾ, ਜੀ ਫਿਰ ਉਹਨਾਂ ਨੂੰ ਕਿਹਾ ਦਵਾ ਵੀ ਪੈਸੇ ਵਾਪਸ ਲੈ ਲਓ। ਜੀ ਖੇਡ ਅਧਿਕਾਰੀਆਂ ਨੂੰ ਕਹਿਤਾ ਕਿ ਜਿਨ੍ਹਾਂ ਖਿਡਾਰੀਆਂ ਦੇ ਕੋਲ ਗਏ ਤੁਸੀਂ ਉਹਨਾਂ ਤੋਂ ਪੈਸੇ ਵਾਪਸ ਲਓ। ਉਹਨਾਂ ਤੋਂ ਫਿਰ ਉਹ ਪੈਸੇ ਵਾਪਸ ਮੰਗਵਾਏ ਗਏ। ਜੀ ਉਹ ਪੈਸੇ ਵਾਪਸ ਮੰਗਵਾਉਣ ਤੋਂ ਬਾਅਦ ਫਿਰ ਉਹਨਾਂ ਪੈਸਿਆਂ ਦੇ ਬਦਲੇ ਦੇ ਵਿੱਚ ਕਿੱਟਾਂ ਖਰੀਦੀਆਂ। ਜੀ ਜਿਹੜੀ ਪੇਮੈਂਟ ਕੀਤੀ ਹੈ ਕੰਪਨੀਆਂ ਨੂੰ, ਜੀ ਉਹ ਪੇਮੈਂਟ ਜਿਹੜੀ ਹੈ ਜਿਹੜੇ ਲਾਭ ਪਾਤਰੀਆਂ ਦੇ ਕੋਲੋਂ ਜਿਹੜੇ ਡਰਾਫਟ ਜਾਂ ਬੈਂਕ ਚੈੱਕ ਆਏ ਸੀ, ਉਹ ਚੈੱਕ ਬੈਂਕ ਜਿਹੜੇ ਹੈਗੇ ਟ੍ਰਾਂਸਫਰ ਕੀਤੇ ਖੇਡਾਂ ਦੀਆਂ ਜਿਹੜੀਆਂ ਦੁਕਾਨਾਂ ਸੀ ਉਹਨਾਂ ਦੇ ਨਾਂ 'ਤੇ। ਜੀ ਉਹਨਾਂ ਤੋਂ ਖੇਡ ਕਿੱਟਾਂ ਲੈਣੀਆਂ। ਹੁਣ ਇੱਥੇ ਅਗਲੀ ਗੱਲ ਇਹ ਹੁੰਦੀ ਹੈ ਵੀ ਇਹ ਜਿਹੜੀਆਂ ਖੇਡ ਕਿੱਟਾਂ ਲਈਆਂ ਕੀ ਇਹ ਜ਼ਿਆਦਾ ਖਿਡਾਰੀਆਂ ਦੇ ਉੱਤੇ ਪ੍ਰਭਾਵ ਪਾਉਣ ਵਾਸਤੇ ਲਈਆਂ ਗਈਆਂ? ਜੀ ਮੇਰੇ ਖਿਆਲ ਮੁਤਾਬਕ ਜੇ ਇੰਨੀ ਗੱਲ ਹੋਵੇ ਤਾਂ ਕੋਈ ਮਾੜੀ ਨਹੀਂ, ਜੀ। ਪਰ ਗੱਲ ਇਦੋਂ ਹੋਇਆ ਹੈ ਜਿਹੜੇ ਥੋਕ ਦੇ ਵਿੱਚ ਕੋਈ ਚੀਜ਼ਾਂ ਖਰੀਦੀਆਂ ਜਾਂਦੀਆਂ, ਜੀ ਅਦਾਰੇ ਵੱਲੋਂ ਖਰੀਦੀਆਂ ਜਾਂਦੀਆਂ ਉੱਪਰੋਂ, ਜੀ ਉਹਦੇ ਵਿੱਚ ਇਕੱਲਾ ਇਹ ਨਹੀਂ ਹੁੰਦਾ, ਉਹਦੇ ਵਿੱਚ ਭਾਵਨਾ ਹੋਰ ਹੁੰਦੀ ਕਮਾਈ, ਜੀ ਜਿਹਨੂੰ ਅਸੀਂ ਕਾਲੀ ਕਮਾਈ ਕਹਿ ਦਿੰਦੇ, ਕਮਿਸ਼ਨ ਕਹਿ ਦਿੰਦੇ। ਕਮਿਸ਼ਨ ਕੀ ਮਿਲਣਾ? ਜੀ ਆ ਬੜਾ ਰੌਲਾ ਪੈਂਦਾ ਸੀ। ਆਮ ਆਦਮੀ ਪਾਰਟੀ ਵਾਲੇ ਨੇ ਹਾਲੇ ਉਹ ਗੱਲ ਚੱਕੀ ਨਹੀਂ ਕਿ ਜਿਹੜੀਆਂ ਫਤਿਹ ਕਿੱਟਾਂ ਆਈਆਂ ਸੀ ਜੀ ਕਰੋਨਾ ਦੇ ਯੁੱਗ ਦੇ ਵਿੱਚ, ਫਤਿਹ ਕਿੱਟਾਂ ਦੇ ਵਿੱਚ ਵੀ ਫਰਕ ਹੈ ਪੈਸਿਆਂ ਦਾ। ਜੀ ਫਿਰ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਜੀ ਜਿਹੜਾ ਸੈਨੀਟਾਈਜ਼ਰ ਖਰੀਦਿਆ ਉਹ ਸਸਤਾ ਹੈ, ਉਹੀ ਸੈਨੀਟਾਈਜ਼ਰ ਜਦੋਂ ਪੰਜਾਬ ਸਰਕਾਰ ਨੇ ਖਰੀਦਿਆ ਉਹ ਮਹਿੰਗਾ ਹੈ। ਉਹ ਫਰਕ ਕਿਉਂ? ਜੀ ਉਹ ਫਰਕ ਵੀ ਹੈ ਕਿ ਮਹਿੰਗੇ ਦੇ ਉੱਤੇ ਸੌਦਾ ਕਰਕੇ ਫਿਰ ਜਿਨ੍ਹਾਂ ਕੰਪਨੀਆਂ ਤੋਂ ਖਰੀਦਦੇ ਉਹਨੂੰ ਫਿਰ ਅੰਡਰ ਦੀ ਟੇਬਲ ਕੁਛ ਨਾ ਕੁਛ ਹਾਸਲ ਕੀਤਾ ਹੁੰਦਾ ਹੈ। ਮੇਰੇ ਖਿਆਲ ਮੁਤਾਬਕ ਜਿਹੜਾ ਖੇਡ ਕਿੱਟਾਂ ਦੀ ਜਿਹੜੀ ਖੇਡ ਕੀਤੀ ਹੈ ਇਹ ਵੀ ਅੰਡਰ ਦੇ ਟੇਬਲ ਕੁਛ ਨਾ ਕੁਛ ਕੀਤਾ ਹੈ। ਕੀਤਾ ਕਿਹਨੇ ਹੈ? ਜੀ ਇਹ ਤਾਂ ਫੈਸਲਾ ਇਹ ਤਾਂ ਜਿਹੜਾ ਡਿਟੈਕਟ ਕਰਨਾ
ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਕੰਮ ਹੈ, ਲੇਕਿਨ ਇਹ ਸ਼ੱਕ ਜ਼ਰੂਰ ਪੈਦਾ ਕਰਦਾ ਕਿ ਗੜਬੜ ਕੋਈ ਹੈਗੀ ਹੈ। ਜੀ ਇਹਦੇ 'ਚ ਅਫਸਰ ਜ਼ਿੰਮੇਵਾਰ ਹੈ, ਇਹਦੇ 'ਚ ਲੀਡਰ ਜ਼ਿੰਮੇਵਾਰ ਹੈ, ਇਹਦੇ ਵਿੱਚ ਮੁੱਖ ਮੰਤਰੀ ਜ਼ਿੰਮੇਵਾਰ ਹੈ ਜਾਂ ਕੋਈ ਹੋਰ ਮੰਤਰੀ ਜ਼ਿੰਮੇਵਾਰ ਹੈ। ਇਹ ਚੀਜ਼ ਇਹਨਾਂ ਨੇ ਟਰੇਸ ਕਰਨੀ, ਇਹਨਾਂ ਨੇ ਲੱਭਣੀ ਹੈ ਅਤੇ ਲੱਭ ਕੇ ਹਕੀਕਤ ਸਾਹਮਣੇ ਲਿਆਉਣੀ ਚਾਹੁੰਦੇ। ਪਰ ਮੈਨੂੰ ਜਿੰਨੀ ਕੁ ਜਾਣਕਾਰੀ ਮਿਲੀ ਹੈ, ਕਹਿੰਦੇ ਜੀ ਵਿਜੀਲੈਂਸ ਵਾਲਿਆਂ ਨੇ ਥੋੜ੍ਹਾ ਜਿਹਾ ਹੁਣ ਆਪਦਾ ਕੰਮ ਕੀਤਾ, ਥੋੜ੍ਹਾ ਜਿਹਾ ਤਿੱਖਾ। ਮੀਤ ਹੇਅਰ ਕਹਿੰਦਾ ਜੀ ਮੈਂ ਤਾਂ ਕਰਤੀ ਜੀ, ਮੈਂ ਚਿੱਠੀ ਲਿਖਤੀ ਹੈ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਨੂੰ, ਵਰਿੰਦਰ ਕੁਮਾਰ ਹੋਰਾਂ ਨੂੰ, ਕਿ ਜੀ ਤੁਸੀਂ ਇਹਦੇ 'ਚ ਗੱਲ ਕਰੋ। ਅਤੇ ਵਰਿੰਦਰ ਕੁਮਾਰ ਹੋਰਾਂ ਨੇ ਜਿਵੇਂ ਇਸ ਵੇਲੇ ਵਿਜੀਲੈਂਸ ਦਾ ਸਕੰਜਾ ਥੋੜ੍ਹਾ ਜਿਹਾ ਕੱਸਿਆ ਵਾ, ਕਈ ਤਾਂ ਵੱਡੇ ਵੱਡੇ ਅਫਸਰ ਵੀ ਅੰਦਰ ਪਏ ਹੈ, ਜੀ ਕਈਆਂ ਦੀਆਂ ਗ੍ਰਿਫਤਾਰੀਆਂ ਹੋ ਗਈਆਂ, ਕੁਛ ਜਿਹੜੇ ਹੈਗੇ ਹੈ ਸਾਬਕਾ ਮੰਤਰੀ ਵੀ ਅੰਦਰ ਹੈਗੇ ਹੈ, ਜੀ ਕੁਛ ਜੇ ਜ਼ਮਾਨਤਾਂ ਦੇ ਚੱਕਰ 'ਚ ਤੁਰੇ ਫਿਰਦੇ ਹੈ। ਅੱਜ ਖਬਰਾਂ ਇਹ ਵੀ ਲੱਗੀਆਂ ਕਿ ਜਿਨ੍ਹਾਂ ਦੇ ਖਿਲਾਫ ਕਾਫੀ ਲੰਬੇ ਸਮੇਂ ਤੋਂ ਕੇਸ ਦਰਜ ਹੈ, ਲੇਕਿਨ ਉਹਨਾਂ ਦੇ ਚਲਾਨ ਨਹੀਂ ਪੇਸ਼ ਹੋਈ। ਜੀ ਚਲਾਨ ਇਸ ਕਰਕੇ ਨਹੀਂ ਪੇਸ਼ ਹੋਏ ਕਿ ਸੰਬੰਧਿਤ ਵਿਭਾਗਾਂ ਦੇ ਜਿਹੜੇ ਵਿਭਾਗੀ ਮੁਖੀ ਹੈ, ਜੀ ਉਹਨਾਂ ਨੇ ਉਹਨਾਂ ਦੀ ਪ੍ਰਵਾਨਗੀ ਨਹੀਂ ਦਿੱਤੀ ਕੇਸ ਚਲਾਉਣ ਵਾਸਤੇ। ਜੀ ਉਹ ਵੀ ਉਹਨਾਂ ਨੇ ਡਿਮਾਂਡ ਕੀਤੀ ਹੈ ਜੀ ਸਾਨੂੰ ਦਿਓ ਅਤੇ ਅਸੀਂ ਇਹਨਾਂ 'ਤੇ ਕੇਸ ਚਲਾਈਏ। ਸੋ ਮੇਰੇ ਖਿਆਲ ਮੁਤਾਬਕ ਜਿਵੇਂ ਸਰਕਾਰ ਥੋੜ੍ਹੀ ਜਿਹੀ ਐਕਟਿਵ ਹੋਈ ਹੈ ਤਾਂ ਜ਼ਰੂਰ ਪਤਾ ਹੋਣਾ ਚਾਹੀਦਾ ਖੇਡਾਂ ਦੇ ਨਾਂ ਦੇ ਉੱਤੇ ਵੀ ਇਸ ਕਿਸਮ ਦੇ ਘਾਲੇ ਮਾਲੇ ਹੋਣੇ, ਅਤੇ ਫਿਰ ਅਸੀਂ ਓਲੰਪਿਕ ਦੇ ਵਿੱਚ ਤਮਗੇ ਜਿਹੜੇ ਜਿੱਤ ਕੇ ਆਉਣੇ ਕਿੰਨੇ ਕੁ ਆਉਣੇ, ਉਹਦਾ ਕਾਰਨ ਇਹੀ ਹੈ ਨਾ, ਸਾਡੇ ਜੀ। ਮੁਕਾਬਲਤਨ ਹਰਿਆਣਾ ਕਿੱਥੇ ਹੈ। ਬਿਲਕੁਲ ਜੀ। ਜੀ ਅਗਲੀ ਗੱਲ ਆਉਂਦੀ ਹੈ ਜੀ, ਭਗਵੰਤ ਮਾਨ ਜਾਂ ਉਸਦੇ ਬਰਖਾਸਤ ਮੰਤਰੀ ਵਿਜੇ ਸਿੰਗਲਾ ਚੋਂ ਕੌਣ ਸੱਚਾ ਤੇ ਕੌਣ ਝੂਠਾ ਢਿੱਲੋਂ ਸਾਹਿਬ, ਇਹ 'ਤੇ ਵੀ ਚਾਨਣਾ ਪਾਓ। ਦੇਖੋ ਗੱਲ ਹੈ ਵੀ ਹੁਣ ਸੱਚੇ ਤਾਂ ਦੋਨੇ ਕਹੀ ਜਾਂਦੇ। ਜੀ ਭਗਵੰਤ ਸਿੰਘ ਮਾਨ ਹੈ ਮੁੱਖ ਮੰਤਰੀ, ਉਹਨਾਂ ਨੇ ਕਿਹਾ ਸੀ ਕਰਪਸ਼ਨ ਦੇ ਮਾਮਲੇ 'ਚ ਸਾਡੀ ਜ਼ੀਰੋ ਟੋਲਰੈਂਸ ਹੈ। ਇਕੱਲੀ ਭਗਵੰਤ ਸਿੰਘ ਮਾਨ ਨੇ ਨਹੀਂ ਕਹੀ ਸੀ, ਇਹ ਅਰਵਿੰਦ ਕੇਜਰੀਵਾਲ ਨੇ ਵੀ ਕਹੀ ਸੀ। ਲਗਭਗ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਇਹ ਕਹਿੰਦੇ ਸੀ ਕਿ ਸਭ ਕੁਝ ਬਰਦਾਸ਼ਤ ਕਰ ਸਕਦੇ, ਕਰਪਸ਼ਨ ਨਹੀਂ ਬਰਦਾਸ਼ਤ ਕਰਨੀ। ਜੀ ਔਰ ਉਹਨਾਂ ਨੇ ਸਰਕਾਰ ਬਣਨ ਨੂੰ ਹਾਲੇ ਥੋੜ੍ਹਾ ਸਮਾਂ ਹੋਇਆ ਸੀ। ਇੱਕ ਦਿਨ ਅਚਨਚੇਤ ਖਬਰਾਂ ਆਉਂਦੀਆਂ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਇੱਕ ਵੀਡੀਓ ਜਾਰੀ ਹੋਈ ਹੈ। ਉਸ ਵੀਡੀਓ ਦੇ ਵਿੱਚ ਉਹ ਆ ਕੇ ਕਹਿੰਦੇ ਹੈ ਕਿ ਮੇਰੇ ਮੰਤਰੀ ਹੈ ਹੈਲਥ ਮਿਨਿਸਟਰ ਵਿਜੇ ਸਿੰਗਲਾ ਜੀ, ਉਹਨਾਂ ਨੂੰ ਬੁਲਾਇਆ ਗਿਆ ਸੀ। ਮੇਰੇ ਕੋਲ ਇੱਕ ਕੰਪਲੇਂਟ ਆਈ ਅਤੇ ਉਸ ਕੰਪਲੇਂਟ ਦੀ ਨਾਲ ਕੁਝ ਸਬੂਤ ਵੀ ਸੀ, ਕੋਈ ਉਹਨਾਂ ਦੀ ਰਿਕਾਰਡਿੰਗ ਵੀ ਜਿਹੜੀ ਹੈਗੀ ਹੈ ਉਹ ਰਿਕਾਰਡ ਹੋਈ ਸੀ, ਉਹਨਾਂ ਦੀ ਗੱਲਬਾਤ ਰਿਕਾਰਡ ਹੋਈ ਸੀ। ਉਹਦੀ ਕਹਿੰਦੇ ਸਾਡੇ ਕੋਲ CD ਵੀ ਆਈ ਹੈ, ਜੋ ਚਿੱਪ ਵਗੈਰਾ ਜੋ ਵੀ ਸੀ ਉਹਦੇ 'ਚ ਹੈ ਕਿ ਇਹ ਸ਼੍ਰੀਮਾਨ ਸਾਡੇ ਮੰਤਰੀ ਜੀ ਹੈ, ਇਹ ਪੈਸੇ ਇਕੱਤਰ ਕਰਦੇ ਸੀ। ਜੀ ਨਾਲ ਉਹਨਾਂ ਨੇ ਕਹਿਤਾ ਇਹਨਾਂ ਦੇ ਇੱਕ PA ਵੀ ਸੀ, ਇਹਨਾਂ ਦੇ ਨਾਲ ਹੋਰ ਬੰਦੇ ਵੀ ਸੀ, ਸਾਰਾ ਕੁਝ ਕੋਲ ਕਰਕੇ ਉਹਨਾਂ ਨੇ ਕਹਿੰਦੇ ਜੀ ਮੈਂ ਉਹਨੂੰ ਬੁਲਾਇਆ ਆਪਦੇ ਮੰਤਰੀ ਨੂੰ ਬੁਲਾ ਕੇ, ਅਤੇ ਮੈਂ ਉਹਨੂੰ ਪੁੱਛਿਆ ਅਤੇ ਉਹਨੂੰ ਸਬੂਤ ਦਿਖਾਏ ਕਿ ਤੇਰੇ ਖਿਲਾਫ ਮੰਤਰੀ ਆਹ ਸਬੂਤ ਆ ਸਿੰਗਲਾ ਸਾਹਿਬ, ਤੁਸੀਂ ਜਿਹੜੀ ਹੈਗੀ ਕੰਸਟਰਕਸ਼ਨ ਦੇ ਕੰਮ ਜਿਹੜਾ ਇੰਜੀਨੀਅਰਿੰਗ ਬ੍ਰਾਂਚ ਨੇ ਕਰਨਾ ਹੈ, ਹੈਲਥ ਡਿਪਾਰਟਮੈਂਟ ਦੇ ਵਿੱਚ ਜਿਹੜਾ ਇਹਨਾਂ ਦਾ ਕੰਸਟਰਕਸ਼ਨ ਨਾਲ ਸੰਬੰਧਿਤ ਇੰਜੀਨੀਅਰਿੰਗ ਵਿਭਾਗ ਹੁੰਦਾ ਹੈ, ਉਹਦੇ ਤੋਂ ਤੁਸੀਂ ਪੈਸੇ ਮੰਗਦੇ ਹੋ। ਔਰ ਇੱਕ ਬਹੁਤ ਵੱਡਾ ਜਿਹੜਾ ਇੰਜੀਨੀਅਰ ਹੈ ਉਹਨੇ ਤੁਹਾਡੀ ਕੰਪਲੇਂਟ ਕੀਤੀ ਹੈ ਕਿ ਜਿਹੜੇ ਪਹਿਲੇ ਕੰਮ ਹੋ ਚੁੱਕੇ ਹੈ ਉਹਦੇ ਵੀ ਤੁਸੀਂ 1% ਕਮਿਸ਼ਨ ਮੰਗਦੇ ਹੋ, ਅਤੇ ਜਿਹੜੇ ਅੱਗੇ ਕੰਮ ਹੋਣੇ ਹੈ ਟੈਂਡਰ ਉਹਨਾਂ ਦੇ ਵੀ ਤੁਸੀਂ 1% ਮੰਗਦੇ ਹੋ। ਜੀ ਉਹ ਕਹਿੰਦੇ ਜੀ ਮੇਰੇ ਕੋਲ ਮੰਨ ਗਏ ਸਿੰਗਲਾ ਸਾਹਿਬ ਵੀ ਹਾਂਜੀ ਮੈਥੋਂ ਹੋ ਗਈ ਗਲਤੀ, ਪਰ ਕਹਿੰਦੇ ਵੀ ਜ਼ੀਰੋ ਟੋਲਰੈਂਸ ਹੈ ਕਰਪਸ਼ਨ ਦੇ ਮਾਮਲੇ 'ਚ। ਲਓ ਜੀ, ਕਹਿੰਦੇ ਮੈਂ ਬਰਖਾਸਤ ਕਰਤਾ ਹੂੰ, ਅਤੇ ਪੁਲਿਸ ਨੂੰ ਕਹਿਤਾ ਵੀ ਕੇਸ ਰਜਿਸਟਰ ਕਰ ਲਓ। ਅਸਲ ਦੇ ਵਿੱਚ ਜਦੋਂ ਉਹਨਾਂ ਦੀ ਉਹ ਵੀਡੀਓ ਜਾਰੀ ਹੋਈ ਹੈ ਉਦੋਂ ਤੱਕ ਸਿੰਗਲਾ ਸਾਹਿਬ ਨੂੰ ਪੁਲਿਸ ਨੇ ਗ੍ਰਿਫਤ 'ਚ ਲੈ ਲਿਆ ਸੀ। ਜੀ ਉਹ CM ਨਿਵਾਸ ਦੇ ਵਿੱਚੋਂ ਨਿਕਲਦੇ ਅਤੇ ਪੁਲਿਸ ਤਾਂ ਬਾਹਰ ਹੀ ਖੜੀ ਸੀ, ਪ੍ਰਬੰਧ ਪਹਿਲਾਂ ਹੀ ਕੀਤਾ ਹੋਇਆ ਸੀ ਉੱਥੇ। ਉਹ ਕਹਿੰਦੇ ਆਓ ਜੀ ਇੱਧਰਲੀ ਗੱਡੀ 'ਚ ਬਹਿ ਜਾਓ, ਹੁਣ ਉਹ ਝੰਡੀ ਵਾਲੀ ਕਾਰ ਛੱਡ ਦੇ। ਜੀ ਉਹ ਬਹਾ ਕੇ ਤੇ ਆਪਣੇ ਲੈ ਕੇ ਜਾ ਕੇ ਹਵਾਲਾ 'ਚ ਦਿੱਤਾ। ਉਸ ਤੋਂ ਬਾਅਦ ਫਿਰ ਉਹਨੂੰ ਅਗਲੇ ਦਿਨ ਅਦਾਲਤ 'ਚ ਦਿੱਤਾ, ਉਹਦਾ ਰਿਮਾਂਡ ਲੈ ਲਿਆ। ਉਹ ਬੰਦਾ ਕਾਫੀ ਦਿਨ ਅੰਦਰ ਰਿਹਾ ਅਤੇ ਹੁਣ ਉਹ ਜ਼ਮਾਨਤ 'ਤੇ ਬਾਹਰ ਆ ਗਿਆ। ਜੀ ਸਵਾਲ ਇਹ ਸੀ ਕਿ ਜੇ ਇੱਕ ਕਰਪਟ ਬੰਦਾ, ਉਹਨੇ ਕਰਪਸ਼ਨ ਕੀਤੀ ਹੈ, ਉਹਦੇ ਖਿਲਾਫ ਤੁਸੀਂ ਕੇਸ ਵੀ ਰਜਿਸਟਰ ਕਰਾਤਾ, ਉਹ ਬੰਦਾ ਜੇਲ੍ਹ ਦੇ ਵਿੱਚ ਬੈਠਾ ਹੈ, ਉਹ ਆਮ ਆਦਮੀ ਪਾਰਟੀ ਦਾ ਮੈਂਬਰ ਕਿਵੇਂ ਰਿਹਾ? ਜੀ ਕੀ ਉਹਨੂੰ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਤੋਂ ਸਸਪੈਂਡ ਨਹੀਂ ਕਰਨਾ ਚਾਹੀਦਾ ਸੀ? ਜੀ ਉਹਨੂੰ ਆਮ ਆਦਮੀ ਪਾਰਟੀ ਨੇ ਰੱਖਿਆ ਕਿਉਂ? ਇਹ ਗੱਲ ਹੁਣ ਲਓ ਜੀ, ਉਹਨਾਂ ਦੀ ਹੋ ਗਈ ਜ਼ਮਾਨਤ, ਅਤੇ ਜ਼ਮਾਨਤ ਦੇ ਵਿੱਚ ਵੀ ਬਹੁਤ ਹੀ ਜਿਹੜੀਆਂ ਇੰਟਰਸਟਿੰਗ ਘਟਨਾਵਾਂ ਵਾਪਰੀਆਂ। ਜੀ ਉਹਨੇ ਆਪਣੀ ਬੇਲ ਐਪਲੀਕੇਸ਼ਨ ਲਾਤੀ, ਥੱਲਿਓਂ ਰੱਦ ਹੋ ਗਈ, ਹਾਈ ਕੋਰਟ ਚਲੀ ਗਈ। ਥੱਲਿਓਂ ਵਿਰੋਧ ਕੀਤਾ ਸਰਕਾਰ ਨੇ ਕਿ ਜੀ ਦੀ ਬੇਲ ਨਹੀਂ ਹੋਣੀ ਚਾਹੀਦੀ, ਇਹ ਪ੍ਰਭਾਵਿਤ ਕਰੂਗਾ ਸਾਡੇ ਗਵਾਹਾਂ ਨੂੰ, ਔਰ ਇਹਨੇ ਕੰਮ ਨਹੀਂ ਅੱਗੇ ਚੱਲਣ ਦੇਣਾ। ਹਾਈ ਕੋਰਟ ਦੇ ਵਿੱਚ ਜਦੋਂ ਦੀ ਬੇਲ ਐਪਲੀਕੇਸ਼ਨ ਲੱਗ ਗਈ, ਉੱਥੇ ਸਰਕਾਰੀ ਵਕੀਲ ਨੇ ਵਿਰੋਧ ਨਹੀਂ ਕੀਤਾ। ਜੀ ਉਹਨੇ ਕਹਿ ਦਿੱਤਾ, ਸਰਕਾਰੀ ਵਕੀਲ ਜਿਹੜਾ ਅਸਿਸਟੈਂਟ ਐਡੀਸ਼ਨਲ ਐਡਵੋਕੇਟ ਜਨਰਲ ਜੋ ਵੀ ਸੀ, ਉਹਨੇ ਕਹਿਤਾ ਜੀ ਮੈਂ ਸਰਕਾਰ ਤੋਂ ਪਤਾ ਲੈਣਾ ਵੀ ਇਹਦੇ ਬਾਰੇ ਕੀ ਕਰਨੀ। ਅਗਲੀ ਪੇਸ਼ੀ ਆ ਗਈ ਅਤੇ ਨਾਲ ਉਹਨਾਂ ਨੇ IO ਖੜਾ ਕਰ ਲਿਆ, ਇਨਵੈਸਟੀਗੇਟਿੰਗ ਆਫਿਸਰ। ਕਹਿੰਦੇ ਜੀ ਇਹਨੂੰ ਪੁੱਛ ਲਓ। ਇਨਵੈਸਟੀਗੇਟਿੰਗ ਆਫਿਸਰ ਨੇ ਮੂੰਹ 'ਚ ਘੁੰਗਣੀਆਂ ਪਾ ਰਹੀਆਂ, ਮੈਂ ਕੀ ਬੋਲਾਂ,
ਜੇ ਮੈਂ ਬੋਲਣਾ ਤੇ ਫਿਰ ਉਹਦੀ ਸਰਕਾਰੀ ਵਕੀਲ ਦੀ ਕੀ ਲੋੜ ਹੈ? ਉਹਨੂੰ ਤਨਖਾਹ ਕਾਹਦੀ ਦਿੱਤੀ ਜਾਂਦੀ ਹੈ? ਸਰਕਾਰ ਨੂੰ ਤਾਂ ਡਿਫੈਂਡ ਉਹਨੇ ਕਰਨੇ ਜੀ। ਉਹ ਕਹਿੰਦੇ ਜੀ ਇਹ ਕੀ ਹੈ? ਜੱਜ ਸਾਹਿਬ ਕਹਿੰਦੇ ਤੁਸੀਂ ਤੁਹਾਡੀ ਹਦਾਇਤ ਹਦੂਤ ਕਿੱਥੇ ਲਓ? ਹਦਾਇਤ ਕਿਤੋਂ ਲੈਣੀ ਜੀ। ਉਦੋਂ ਅਗਲੀ ਪੇਸ਼ੀ ਦੇ ਉੱਤੇ ਐਡਵੋਕੇਟ ਜਨਰਲ ਆ ਗਏ ਜੀ। ਅਨਮੋਲ ਰਤਨ ਸਿੰਘ ਸਿੱਧੂ। ਉਹਨੂੰ ਕਹਿੰਦੇ ਵੀ ਸਿੱਧੂ ਸਾਹਿਬ ਤੁਸੀਂ ਦੱਸੋ। ਕਹਿੰਦੇ ਜੀ ਸਰਕਾਰ ਨਾਲ ਹਲੇ ਗੱਲ ਨਹੀਂ ਹੋਈ, ਹਦਾਇਤਾਂ ਲੈਣੀਆਂ। ਸਰਦਾਰ ਅਨਮੋਲ ਰਤਨ ਸਿੰਘ ਸਿੱਧੂ ਪੰਜਾਬ ਦਾ ਸਭ ਤੋਂ ਵੱਡਾ ਲਾ ਆਫਿਸਰ ਹੈ ਜੀ। ਉਹ ਐਡਵੋਕੇਟ ਜਨਰਲ ਹੈ। ਉਹਨੇ ਤਾਂ ਹੇਠਾਂ ਹਦਾਇਤਾਂ ਦੇਣੀਆਂ, ਉਹਨੇ ਸਰਕਾਰ ਨੂੰ ਰਾਏ ਦੇਣਗੇ ਤੇ ਸਰਕਾਰ ਦੀ ਰਾਏ। ਇਹਦਾ ਮਤਲਬ ਹੈ ਗੋਲਮਾਲ ਤਾਂ ਹੈਗਾ ਜੀ, ਕਾਲਾ ਮਾਲਾ ਤਾਂ ਕੋਈ ਹੈਗਾ ਜੀ। ਭਗਵੰਤ ਸਿੰਘ ਮਾਨ ਨੇ ਤਾਂ ਉਹਨੂੰ ਟੰਗਤਾ ਜੀ। ਤੇ ਦੂਜੇ ਪਾਸੇ ਆਪਾਂ ਦੇਖੀ ਕੋਈ ਨਾ ਕੋਈ ਤਾਂ ਫਿਰ ਉਹਦੀ ਮਦਦ ਕਰਦਾ। ਉਹਦੀ ਬੇਲ ਐਪਲੀਕੇਸ਼ਨ ਦਾ ਵਿਰੋਧ ਕਿਉਂ ਨਹੀਂ ਹੁੰਦਾ? ਜੀ। ਲਓ ਜੀ ਹੁਣ ਉਹ ਬਾਹਰ ਆ ਗਏ ਸਿੰਗਲਾ ਸਾਹਿਬ। ਕੱਲ੍ਹ ਉਹ ਮਾਨਸਾ ਆਏ। ਮਾਨਸਾ ਆ ਕੇ ਉਹਨਾਂ ਨੇ ਚੁਣੌਤੀ ਦਿੱਤੀ ਕਿ ਮੈਂ ਸੱਚਾ, ਮੈਂ ਮੇਰੇ ਕਿਸੇ ਪਰਿਵਾਰਕ ਮੈਂਬਰ, ਮੇਰੇ ਕਿਸੇ ਰਿਸ਼ਤੇਦਾਰ ਜਾਂ ਮੇਰੇ ਕਿਸੇ ਵਰਕਰ ਨੇ 1 ਰੁਪਈਆ ਵੀ ਲਿਆ ਹੋਵੇ ਸਾਬਤ ਹੋ ਜੀ ਤਾਂ ਮੈਂ ਦੇਣਦਾਰ ਹਾਂ। ਜੀ। ਮੇਰੀ ਪਾਰਟੀ ਬਹੁਤ ਵਧੀਆ ਹੈ, ਮੇਰੀ ਪਾਰਟੀ ਬੜੀ ਇਮਾਨਦਾਰ ਹੈ। ਜੀ। ਕਰਪਸ਼ਨ ਤਾਂ ਅਸੀਂ ਬਰਦਾਸ਼ਤ ਹੀ ਨਹੀਂ ਕਰਦੇ। ਹੁਣ ਕਰਪਸ਼ਨ ਉਹ ਵੀ ਨਹੀਂ ਬਰਦਾਸ਼ਤ ਕਰਦਾ। ਉਹ ਕਹਿੰਦਾ ਮੈਂ ਸੱਚਾ। ਸ਼ੁਰੂ ਦੇ ਵਿੱਚ ਉਹਨੇ ਕਿਹਾ ਸੀ ਮੈਂ ਸਾਜ਼ਿਸ਼ ਦਾ ਸ਼ਿਕਾਰ ਹੋਇਆ। ਸਾਜ਼ਿਸ਼ ਕਿਹਦੀ ਹੈ? ਜੀ। ਸਾਜ਼ਿਸ਼ ਕਿਉਂ ਹੋਈ? ਇੱਥੇ ਫਿਰ ਗੱਲ ਉਹੀ ਆਉਂਦੀ ਹੈ ਕਿ ਇਹ ਜਿਹੜਾ ਸਾਰਾ ਕੁਝ ਹੋਇਆ ਸੀ, ਇਹ ਹੋਇਆ ਸੀ ਸੰਗਰੂਰ ਦੀ ਬਾਈ ਇਲੈਕਸ਼ਨ ਤੋਂ ਪਹਿਲਾਂ। ਜੀ। ਸ਼ਾਇਦ ਉਦੋਂ ਤੱਕ ਕੁਝ ਰਿਪੋਰਟਾਂ ਮਿਲ ਗਈਆਂ ਸੀ ਕਿ ਸਥਿਤੀ ਬਹੁਤੀ ਚੰਗੀ ਨਾ ਹੋਵੇ। ਈਵੈਂਟ ਮੈਨੇਜਮੈਂਟ ਜਿਹੜੀ ਆਪਾਂ ਸ਼ੁਰੂ ਕੀਤੀ ਕਿ ਈਵੈਂਟ ਮੈਨੇਜਮੈਂਟ ਹੈ ਜੀ। ਦੇਖੋ ਸਰਕਾਰ ਨੇ ਤਾਂ ਟੰਗ ਤਾਂ ਕਰਪਸ਼ਨ ਨੂੰ ਦਾ ਬਰਦਾਸ਼ਤ ਹੀ ਨਹੀਂ ਕਰਦੇ। ਜੀ। ਲੇਕਿਨ ਉਹ ਤੋਂ ਬਾਅਦ ਇਲੈਕਸ਼ਨ ਹੋ ਗਈ ਤੇ ਇਲੈਕਸ਼ਨ ਹੋਣ ਤੋਂ ਬਾਅਦ ਜਿਹੜੀ ਹੈਗੀ 5000 ਵੋਟਾਂ ਦੇ ਉੱਤੇ ਹਾਰ ਗਈ ਆਮ ਆਦਮੀ ਪਾਰਟੀ। ਜੀ। ਉਹ ਹਾਰੀ ਕਿਉਂ? ਉਹਦਾ ਇੱਕ ਵੱਡਾ ਕਾਰਨ ਸੀ ਸਿੱਧੂ ਮੂਸੇਵਾਲੇ ਦਾ ਕਤਲ। ਜੀ। ਸਿੱਧੂ ਮੂਸੇਵਾਲੇ ਦੇ ਕਤਲ ਨੂੰ ਲੈ ਕੇ ਵੀ ਜਿਹੜੀ ਕੜੀ ਘੋਲੀ ਆਮ ਆਦਮੀ ਪਾਰਟੀ ਨੂੰ ਗਲਤ ਸੀ। ਜੀ। ਇਹ ਗੱਲਾਂ ਤਾਂ ਹੁਣ ਦਲਵੀਰ ਜੀ ਆ ਗਈਆਂ। ਜੀ। ਇਹ ਤਾਂ ਜਿਹੜਾ ਲਾਰੈਂਸ ਬਿਸ਼ਨੋਈ ਹੈ, ਜੀ। ਲਾਰੈਂਸ ਬਿਸ਼ਨੋਈ ਕਹਿੰਦੇ ਵੱਡਾ ਮਤਲਬ ਸਾਰੇ ਇਹਦਾ ਸੂਤਰਧਾਰ ਹੈ। ਲੇਕਿਨ ਜਿਹੜੇ ਸ਼ੂਟਰ ਸੀ ਉਹਨਾਂ ਦਾ ਪ੍ਰਬੰਧ ਕਿਹਨੇ ਕੀਤਾ? ਉਹ ਕਹਿੰਦੇ ਜੀ ਗੋਲਡੀ ਬਰਾੜ ਨੇ ਕੀਤਾ। ਜੀ। ਗੋਲਡੀ ਬਰਾੜ ਕਹਿੰਦੇ ਉਸ ਦਿਨ ਟੈਲੀਫੋਨ ਕਰਦਾ ਹੈ ਫੌਜੀ ਨੂੰ, ਪ੍ਰਿਆਵਰਤ ਫੌਜੀ ਨੂੰ, ਕਿ ਫੌਜੀਆ ਅੱਜ ਹੀ ਕੰਮ ਮੁਕਾ ਦਿਓ। ਉਹਦੀ ਸਿਕਿਉਰਿਟੀ ਘਟਾ ਦਿੱਤੀ ਹੈ, ਉਹਦੇ ਕੋਲ ਸਿਕਿਉਰਿਟੀ ਹੈ ਨਹੀਂ, ਅੱਜ ਹੀ ਘਟਾ ਦਿਓ, ਅੱਜ ਹੀ ਕਰਾ ਦਿਓ ਕੰਮ, ਫਿਰ ਮੌਕਾ ਨਹੀਂ ਮਿਲਣਾ। ਜੀ। ਤੇ ਫਿਰ ਉਹਦੀ ਪੂਰੀ ਜਿਹੜੀ ਹੈਗੀ ਆ ਰੈਕੀ ਹੁੰਦੀ ਹੈ ਵੀ ਹੁਣ ਇੱਧਰ ਜਾ ਰਿਹਾ, ਇੱਧਰ ਜਾ ਰਿਹਾ। ਤੇ ਫਿਰ ਉਹਨੇ ਕਹਿੰਦਾ ਜਦੋਂ ਕੰਮ ਹੋ ਗਿਆ ਤੇ ਉਹਨੇ ਕਹਿੰਦਾ ਵੀ ਡਾਕਟਰ ਸਾਹਿਬ, ਗੋਲਡੀ ਬਰਾੜ ਨੂੰ ਡਾਕਟਰ ਕਹਿੰਦੇ ਆ ਕੋਟ ਭਾਸ਼ਾ 'ਚ, ਡਾਕਟਰ ਸਾਹਿਬ ਕੰਮ ਕਰਤਾ। ਇਹਦੇ ਤੇ ਹੁਣ ਜਿਹੜੀ ਇਹ ਗੱਲ ਹੋਈ ਹੈ ਤੇ ਇਹਦਾ ਪ੍ਰਤੀਕਰਮ, ਕਿਉਂਕਿ ਸੋਸ਼ਲ ਮੀਡੀਆ ਤੇ ਸਾਰੀ ਗੱਲ ਹੋ ਗਈ ਸੀ, ਇਹਦਾ ਪ੍ਰਤੀਕਰਮ ਇੰਨਾ ਜ਼ਿਆਦਾ ਹੋਇਆ ਕਿ ਜਿਹੜਾ ਯੂਥ ਸਿਰਫ ਤੇ ਸਿਰਫ 3 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਉੱਤੇ ਫਿਦਾ ਹੋਇਆ ਸੀ, ਉਹਨਾਂ ਦੀ ਖਾਤਰ ਇੰਨਾ ਕੰਮ ਕੀਤਾ ਤੇ ਉਹਨਾਂ ਨੂੰ ਪਾਵਰ ਦੇ ਵਿੱਚ ਲੈ ਕੇ ਆਇਆ। ਉਹੀ ਯੂਥ ਖੜੇ ਪੈਰ ਫਿਰ ਆਮ ਆਦਮੀ ਪਾਰਟੀ ਦੇ ਉਲਟ ਹੋ ਗਿਆ। ਔਰ ਮੁਲਾਜ਼ਮ ਲੈ ਲਓ, ਆਮ ਲੋਕ ਲੈ ਲਓ, ਜਿਹੜਾ ਕਿਹਾ ਸੀ ਜੀ ਬੁੜੀਆਂ ਨੂੰ 1000 ਰੁਪਈਆ ਦੇਵਾਂਗੇ, ਹੱਥ ਤੇ ਜਿਹੜੀ ਹੈਗੀ ਸਰੋਂ ਜਮਾ ਦੇਂਗੇ, ਜੰਮੀ ਨਹੀਂ। ਔਰ ਸਿੱਧੂ ਮੂਸੇਵਾਲਾ ਸਾਹਿਬ ਦੇ ਮਾਤਾ ਜੀ ਨੇ, ਮਰਹੂਮ ਗਾਇਕ ਆ ਉਹਨਾਂ ਨੇ ਵੀ ਮਤਲਬ ਸੀਐਮ ਦਾ ਬਾਈ ਨੇਮ ਲੈ ਕੇ ਹਾਂ ਕਿਹਾ ਸੀ, ਬੱਚੇ ਨੂੰ ਬਿਲਕੁਲ ਉਹਨਾਂ ਨੇ ਜ਼ਿੰਮੇਵਾਰ ਅਪੀਲ ਕੀਤੀ ਸੀ। ਉਹਨਾਂ ਨੇ ਅਪੀਲ ਕੀਤੀ ਸੀ। ਸੋ ਇੱਥੋਂ ਹੁਣ ਇਹ ਲੱਗਦਾ ਵੀ ਇਹਨਾਂ 'ਚੋਂ ਸੱਚਾ ਕੌਣ ਹੈ ਤੇ ਝੂਠਾ ਕੌਣ ਹੈ। ਜੀ। ਇਹ ਸਵਾਲ ਦਾ ਜਵਾਬ ਆਪਾਂ ਤਾਂ ਦੇ ਨਹੀਂ ਸਕਦੇ। ਇਹ ਸਵਾਲ ਦਾ ਜਵਾਬ ਲੋਕ ਮੰਗਦੇ ਆ ਕੇਜਰੀਵਾਲ ਤੋਂ। ਜੀ। ਕੇਜਰੀਵਾਲ ਨੂੰ ਦੱਸਣਾ ਚਾਹੀਦਾ ਕਿ ਤੇਰੇ ਮੁੱਖ ਮੰਤਰੀ 'ਚੋਂ ਤੇ ਤੇਰੇ ਐਮਐਲਏ 'ਚੋਂ ਕੌਣ ਸੱਚਾ ਹੈ। ਹੁਣ ਤਾਂ ਉਹ ਐਮਐਲਏ ਨਾ ਵੈਸੇ ਸਾਬਕਾ ਬਰਖਾਸਤ ਮੰਤਰੀ ਹੈ ਜੀ। ਤੇ ਕੌਣ ਝੂਠਾ। ਤੇ ਜੇ ਤੁਸੀਂ ਇਹੋ ਜਿਹੀਆਂ ਖੇਡਾਂ ਕਰੋਗੇ, ਪੰਜਾਬ ਆ, ਪੰਜਾਬ ਦੇ ਵਿੱਚ ਇਹ ਖੇਡਾਂ ਲੰਬਾ ਸਮਾਂ ਚੱਲਦੀਆਂ ਨਹੀਂ। ਜੀ ਬਿਲਕੁਲ। ਰੁੱਖ ਕਰਦੇ ਹਾਂ ਹੁਣ ਪੰਥਕ ਪਾਰਟੀਆਂ ਦਾ ਜੀ। ਤੇ ਪੰਥਕ ਏਕਤਾ ਦੇ ਨਾਂ ਥੱਲੇ ਕੀ ਅਕਾਲੀ ਦਲਾਂ ਨੂੰ ਮੁੜ ਏਕੀਕਰਨ ਦਾ ਰਾਹ ਅਪਣਾਉਣਾ ਪੈ ਰਿਹਾ? ਢਿੱਲੋਂ ਸਾਹਿਬ ਇਹਦੇ ਬਾਰੇ ਕੀ ਹੈ? ਦੇਖੋ, ਪੰਥ ਬਹੁਤ ਵੱਡੀ ਚੀਜ਼ ਹੈ ਜੀ। ਜਦੋਂ ਅਸੀਂ ਪੰਥ ਦੀ ਗੱਲ ਕਰਦੇ ਹਾਂ, ਪੰਥ ਬੜਾ ਵਿਸ਼ਾਲ ਹੈ। ਪੰਥ ਉਹਨੂੰ ਕਹਿੰਦੇ ਅਸੀਂ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸ਼ਵਾਸ ਰੱਖਦੇ ਹੈ। ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜੇ ਉਹਨਾਂ ਨੇ ਪੂਰਨੇ ਪਾਏ ਆ, ਉਹਨਾਂ ਪੂਰਨੇ ਤੇ ਚੱਲਣ ਵਾਲੇ ਲੋਕਾਂ ਨੂੰ ਪੰਥ ਕਹਿ ਦਿੰਦੇ ਜੀ। ਉਹ ਲੋਕ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਵਿੱਚ ਹੋਣ, ਉਹਨਾਂ ਨੂੰ ਅਸੀਂ ਪੰਥ ਕਹਿ ਸਕਦੇ ਹਾਂ। ਜੀ। ਪੰਜਾਬ ਦੇ ਇਤਿਹਾਸ ਦੇ ਵਿੱਚ ਇੱਕ ਬੰਦਾ ਹੋਇਆ ਜਿਹਦਾ ਨਾਂ ਹੈ ਦਰਸ਼ਨ ਸਿੰਘ ਫੇਰੂਮਾਨ। ਜੀ। ਦਰਸ਼ਨ ਸਿੰਘ ਫੇਰੂਮਾਨ ਕਾਂਗਰਸ ਪਾਰਟੀ 'ਚ ਹੁੰਦਾ ਸੀ। ਜੀ। ਉਹ ਇੱਕ ਸਿੱਖ ਲੀਡਰ ਸੀ। ਜਦੋਂ ਚੰਡੀਗੜ੍ਹ ਪੰਜਾਬ ਨੂੰ ਨਾ ਦਿੱਤਾ, ਪੰਜਾਬੀ ਬੋਲਦੇ ਪੰਜਾਬ ਤੋਂ ਇਲਾਕੇ ਖੋਹ ਲਏ, ਜਾਂ ਅਕਾਲੀ ਦਲ ਦੀ ਬੇਵਕੂਫੀ ਦੀ ਵਜ੍ਹਾ ਕਾਰਨ ਸਾਥੋਂ ਨਿਕਲ ਗਏ ਤੇ ਬਾਅਦ 'ਚ ਇਹਨਾਂ ਨੂੰ ਪਤਾ ਲੱਗਾ ਕਿ ਆਪਣੇ ਨਾਲ ਤਾਂ ਧੋਖਾ ਹੋ ਗਿਆ,
ਉਦੋਂ ਸੰਤ ਫਤਿਹ ਸਿੰਘ ਜਿਹੜੇ ਬਹੁਤ ਵੱਡੇ ਲੀਡਰ ਹੁੰਦੇ ਸੀ ਅਕਾਲੀ ਦਲ ਦੇ, ਜੀ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਹਵਨ ਕੁੰਡ ਆਪਣੇ ਅਗਨ ਕੁੰਡ ਬਣਾ ਲਏ ਸੀ ਜੀ ਕਿ ਡੇਟ ਫਿਕਸ ਕਰਤੀ ਸੀ, ਸਮਾਂ ਫਿਕਸ ਕਰਤਾ ਸੀ ਕਿ ਜੇ ਉਦੋਂ ਤੱਕ ਸਾਨੂੰ ਸਾਡੀਆਂ ਮੰਗਾਂ ਪ੍ਰਵਾਨ ਨਾ ਕੀਤੀਆਂ ਇੰਦਰਾ ਗਾਂਧੀ ਨੇ ਤਾਂ ਮੈਂ ਇਹ ਅਗਨ ਕੁੰਡਾਂ ਦੇ ਵਿੱਚ ਬੈਠ ਕੇ ਆਪਣੇ ਆਪ ਨੂੰ ਅੱਗ ਲਾ ਲੂੰ ਤੇ ਖਤਮ ਕਰ ਦਵਾ ਦਾ ਸਾਰਾ ਸਰੀਰ। ਜੀ ਲੇਕਿਨ ਐਨ ਆਖਰੀ ਮੌਕੇ ਦੇ ਉੱਤੇ ਜਦੋਂ ਵਿਚੋਲਿਆਂ ਨੇ ਆ ਕੇ ਅਪਰੋਚ ਕੀਤਾ ਤੇ ਸੰਤ ਫਤਿਹ ਸਿੰਘ ਨੇ ਚੰਡੀਗੜ੍ਹ ਲਏ ਤੋਂ ਬਗੈਰ, ਆਪਣੀਆਂ ਮੰਗਾਂ ਮਨਵਾਏ ਤੋਂ ਬਗੈਰ, ਆਪਣੀਆਂ ਮੰਗਾਂ ਮਨਵਾਏ ਤੋਂ ਬਗੈਰ ਉਹਨਾਂ ਨੇ ਆਪਣਾ ਜਿਹੜਾ ਸੀ ਉਹ ਵਰਤ ਛੱਡ ਦਿੱਤਾ, ਆਪਣਾ ਪਰਨ ਜਿਹੜਾ ਉਹ ਤੋੜ ਦਿੱਤਾ। ਅਰਦਾਸ ਕੀਤੀ ਸੀ, ਅਰਦਾਸ ਤੋੜਤੀ। ਇਹਦੇ ਉਲਟ ਕੀ ਹੋਇਆ ਸੀ ਕਿ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਉਹ ਕਹਿੰਦੇ ਜੀ ਇਹਨੇ ਅਰਦਾਸ ਤੋੜਤੀ ਤੇ ਇਹ ਜਿਹੜੀ ਹੈਗੀ ਹੈ ਬਹੁਤ ਵੱਡੀ ਜਿਹੜੀ ਹੈ ਇੱਕ ਕਹਾਂਗੇ ਆਪਾਂ ਖੁਨਾਮੀ ਹੈ ਜੀ, ਇਹ ਉਲੰਘਣਾ ਹੈ ਪੰਥਕ ਰਵਾਇਤਾਂ ਦੀ ਤੇ ਮੈਂ ਉਹਨੇ ਵਰਤ ਤੋੜਤਾ ਲੇਕਿਨ ਮੈਂ ਬਹਿਣਾ ਵਰਤ ਤੇ ਜੀ, ਉਹ ਭੁੱਖ ਹੜਤਾਲ ਤੇ ਬਹਿ ਗਿਆ ਸੀ, ਮਰਨ ਵਰਤ ਤੇ ਜੀ। ਔਰ ਮੇਰੇ ਖਿਆਲ ਮੁਤਾਬਕ 74 ਦਿਨਾਂ ਬਾਅਦ ਉਸ ਬੰਦੇ ਦੀ ਮੌਤ ਹੋਈ ਸੀ। ਉਹ ਬੰਦਾ ਪਹਿਲਾਂ ਕਾਂਗਰਸ ਪਾਰਟੀ ਦਾ ਮੈਂਬਰ ਹੁੰਦਾ ਸੀ, ਅਕਾਲੀ ਦਲ ਦਾ ਮੈਂਬਰ ਨਹੀਂ ਜੀ। ਹੁਣ ਅਸੀਂ ਪੰਥਕ ਅਕਾਲੀ ਦਲ ਦੇ ਪ੍ਰਧਾਨ ਨੂੰ ਕਹੀਏ ਸੰਤ ਫਤਿਹ ਸਿੰਘ ਨੂੰ ਕਿ ਦਰਸ਼ਨ ਸਿੰਘ ਫੇਰੂਮਾਨ ਨੂੰ ਕਹੀਏ ਪੰਥ ਜੀ, ਜਿਹਨੇ ਅਰਦਾਸ ਦੀ ਮਹਿਮਾ ਨੂੰ ਸਮਝਿਆ ਤੇ ਅਰਦਾਸ ਦੀ ਪੂਰਤੀ ਲਈ ਉਹਨੇ ਆਪਦਾ ਜੀਵਨ ਜਾਨ ਦਿੱਤੀ। ਲੇਕਿਨ ਇੱਥੇ ਜਿਹੜਾ ਸਾਡੇ ਪ੍ਰਭਾਵ ਦਿੱਤਾ ਜਾਂਦਾ ਅਕਾਲੀਆਂ ਵੱਲੋਂ, ਉਹਨਾਂ ਨੇ ਦਿੱਤਾ ਕਿ ਅਕਾਲੀ ਦਲ ਹੀ ਪੰਥ ਹੈ ਜੀ ਤੇ ਪੰਥ ਹੀ ਅਕਾਲੀ ਦਲ ਹੈ ਜੀ। ਅਕਾਲੀ ਦਲ ਪੰਥ ਤੇ ਪੰਥ ਅਕਾਲੀ ਦਲ ਉਹ ਇਹ ਗੱਲ ਕਰਦੀ ਹੈ। ਅਕਾਲੀ ਦਲ ਦੇ ਕਈ ਟੁਕੜੇ। ਹੁਣ ਖਬਰ ਆਈ ਹੈ ਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਦਮਦਮਾ ਸਾਹਿਬ ਆਏ ਸੀ ਔਰ ਜਿਹੜੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹੈ ਭਾਈ ਹਰਪ੍ਰੀਤ ਸਿੰਘ, ਉਹ ਦਮਦਮਾ ਸਾਹਿਬ ਦੇ ਵੀ ਜਥੇਦਾਰ ਹੈ ਜੀ। ਉਹਨਾਂ ਨੂੰ ਮਿਲੇ ਉੱਥੇ, ਕਹਿੰਦੇ ਉਹਨਾਂ ਨੇ ਆ ਕੇ ਇੱਕ ਪੱਤਰ ਦਿੱਤਾ ਉਹਨਾਂ ਨੂੰ ਜੀ ਕਿ ਜਿੰਨੇ ਵੀ ਅਕਾਲੀ ਦਲ ਹੈ ਸਾਰੇ ਅਕਾਲੀ ਦਲਾਂ ਦੇ ਲੀਡਰਾਂ ਤੋਂ ਅਸਤੀਫੇ ਲੈ ਲਏ ਜਾਣ। ਜੀ ਅਸਤੀਫੇ ਲੈਣ ਦਾ ਕੀ ਮਤਲਬ ਹੈ ਕਿ ਸਾਰਿਆਂ ਤੋਂ ਅਸਤੀਫੇ ਲੈਣ ਤੋਂ ਬਾਅਦ ਕੋਈ ਕਮੇਟੀ ਬਣਾਤੀ ਜਾਵੇ ਜੀ, ਔਰ ਉਹ ਕਮੇਟੀ ਜਿਹੜੀ ਹੈ ਸਾਂਝੇ ਤੌਰ ਤੇ ਕੰਮ ਚਲਾਵੇ ਤੇ ਫਿਰ ਆਪਾਂ ਚੋਣ ਕਰ ਲਾਂਗੇ ਕੌਣ ਪ੍ਰਧਾਨ ਹੋਵੇ। ਜੀ ਭਾਵੇਂ ਕਿ ਜਿਹੜੀ ਸੁਖਬੀਰ ਸਿੰਘ ਬਾਦਲ ਪ੍ਰਤੀ ਜਾਂ ਬਾਦਲ ਪਰਿਵਾਰ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਆ ਉਹ ਦੂਰ ਕੀਤੀ ਜਾਵੇ ਜੀ। ਔਰ ਉਦੋਂ ਬਾਅਦ ਆਪਾਂ ਹੋਰ ਗੱਲ ਕਰ ਲਾਂਗੇ। ਉਹਨਾਂ ਨੇ ਹੁਣ ਇਹ ਜਿਹੜੀ ਗੱਲ ਕੀਤੀ ਹੈ ਤੇ ਇਹਦੇ ਨਾਲ ਅਗਲੀ ਗੱਲ ਦੇਖਣ ਵਾਲੀ ਹੈ। ਦ੍ਰੋਪਦੀ ਮੁਰਮੂ ਜੀ, ਉਹ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਵੇਲੇ ਰਾਸ਼ਟਰਪਤੀ ਦੀ ਕੈਂਡੀਡੇਟ ਹੈ ਜੀ। ਉਹਨੇ ਅਪੀਲ ਕੀਤੀ ਸੀਗੀ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਕਿ ਜੀ ਅਕਾਲੀ ਦਲ ਵਾਲੇ ਵੀ ਵੋਟਾਂ ਉਹਨੂੰ ਪਾਉਣ ਤੇ ਅਕਾਲੀ ਦਲ ਵਾਲਿਆਂ ਨੇ ਨਾਲ ਦੀ ਨਾਲ ਹੀ ਜਦੋਂ ਉਹਨਾਂ ਨੂੰ ਕੀਤੀ ਉਹ ਕਹਿੰਦੇ ਜੀ ਬਿਲਕੁਲ ਪਾ ਦਿਆਂਗੇ, ਵੋਟਾਂ ਪਾਵਾਂਗੇ, ਅਸੀਂ ਤਾਂ ਅਸੀਂ ਕਾਂਗਰਸ ਦੇ ਕੈਂਡੀਡੇਟ ਨੂੰ ਤਾਂ ਵੋਟੇ ਨਹੀਂ ਪਾ ਸਕਦੇ ਜੀ। ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਕੈਂਡੀਡੇਟ ਉਹ ਕਾਂਗਰਸ ਪਾਰਟੀ ਦਾ ਨਹੀਂ ਜੀ, ਉਹ ਗੈਰ ਬੀਜੇਪੀ ਪਾਰਟੀਆਂ ਦਾ ਆਪੋਜੀਸ਼ਨ ਦਾ ਕੈਂਡੀਡੇਟ ਹੈ ਜੀ। ਜਿਹੜਾ ਉਸ ਆਪਣੇ ਜਸਵੰਤ ਸਿਨਹਾ ਹੈ ਜੀ, ਜਸਵੰਤ ਸਿਨਹਾ ਹੋਰੀ ਭਾਰਤੀ ਜਨਤਾ ਪਾਰਟੀ 'ਚ ਰਹੇ ਹੈ ਜੀ। ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਵੀ ਉਹ ਵਜ਼ੀਰ ਰਹੇ ਵੇ ਜੀ, ਸ਼ਾਇਦ ਸੁਖਬੀਰ ਸਿੰਘ ਬਾਦਲ ਦੇ ਨਾਲ ਵੀ ਉਹ ਵਜ਼ੀਰ ਰਹੇ ਆ ਵਾਜਪਾਈ ਦੀ ਸਰਕਾਰ ਦੇ ਵਿੱਚ। ਜੀ। ਉਹਨਾਂ ਦੇ ਮਤਭੇਦ ਆ ਗਏ, ਉਹ ਬਾਹਰ ਆ ਕੇ ਕਾਂਗਰਸ ਪਾਰਟੀ ਉਹਨਾਂ ਨੇ ਜੁਆਇਨ ਨਹੀਂ ਕੀਤੀ, ਉਹ ਤਾਂ ਤ੍ਰਿਣਮੂਲ ਕਾਂਗਰਸ ਸੀ, ਰਾਜ ਸਭਾ ਦੇ ਮੈਂਬਰ ਉਹਨਾਂ ਦੇ ਸੀ। ਪਰ ਕਿਉਂਕਿ ਅਕਾਲੀ ਦਲ ਵਾਲੇ ਨੂੰ ਹੋ ਗਿਆ, ਬਾਦਲ ਕਹਿ ਨੂੰ ਹੋ ਗਿਆ ਵੀ ਸਾਨੂੰ ਤਾਂ ਜੀ ਕਹਿਤਾ ਉਹਨਾਂ ਨੇ ਬੀਜੇਪੀ ਵਾਲਿਆਂ ਨੇ ਤੇ ਉਹਨਾਂ ਆਪਣਾ ਸਮਝੌਤਾ ਹੋ ਜੂ 2024 ਵਾਸਤੇ ਆਪਾਂ ਪਾਰਲੀਮੈਂਟ 'ਚ ਫਿਰ ਚਲੇ ਜਾਵਾਂਗੇ। ਤੇ ਮਾਂ ਦਾ ਪੁੱਤਰ ਨੇ ਤੋਂ ਬਾਅਦ ਮਾਰੀਆਂ ਛਾਲਾਂ ਚੱਲ ਪਈ ਜੀ, ਕਹਿੰਦੇ ਪਾ ਦਿਆਂਗੇ ਵੋਟਾਂ। ਉਹ ਇਹ ਗੱਲ ਨੂੰ ਭੁੱਲ ਗਏ ਕਿ ਸੰਗਰੂਰ ਦੀ ਚੋਣ 'ਚ ਤੁਸੀਂ ਬੰਦੀ ਸਿੰਘਾਂ ਨੂੰ ਛਡਵਾਉਣ ਦੇ ਨਾਂ ਦੇ ਉੱਤੇ ਲੜੀ ਸੀ ਜੀ। ਕਮਲਦੀਪ ਕੌਰ ਨੂੰ ਤੁਸੀਂ ਖੜਾ ਕੀਤਾ ਜੀ, ਇਹ ਤਾਂ ਬੰਦੀ ਸਿੰਘਾਂ ਦੇ ਨਾਂ ਦੇ ਉੱਤੇ ਤੁਸੀਂ ਵੋਟਾਂ ਪਾਓ, ਹਾਲਾਂਕਿ ਤੁਹਾਡੀਆਂ ਵੋਟਾਂ ਬੀਜੇਪੀ ਤੋਂ ਵੀ ਘੱਟ ਗਈਆਂ ਜੀ। ਅਸਲ ਦੇ ਵਿੱਚ ਜਿਹੜੀ ਗੱਲ ਉਹਨਾਂ ਨੂੰ ਕਹਿਣੀ ਚਾਹੀਦੀ ਸੀ ਉਹਨਾਂ ਨੇ ਕਹੀ ਨਹੀਂ ਵੀ ਉਹ ਬੰਦੀ ਸਿੰਘਾਂ ਬਾਰੇ ਗੱਲ ਕਰਨ ਦੇ। ਸਿਮਰਜੀਤ ਸਿੰਘ ਮਾਨ ਹੋਰਾਂ ਨੇ ਚਿੱਠੀ ਲਿਖਤੀ, ਹੁਣ ਉਹਨਾਂ ਨੇ ਜਸਵੰਤ ਸਿਨਹਾ ਨੂੰ ਵੀ ਲਿਖਤੀ ਤੇ ਮੈਡਮ ਦ੍ਰੋਪਦੀ ਮੁਰਮੂ ਨੂੰ ਵੀ ਲਿਖਤੀ ਕਿ ਬੰਦੀ ਸਿੰਘਾਂ ਬਾਰੇ ਤੁਹਾਡਾ ਸਟੈਂਡ ਕੀ ਹੈ ਜੀ, ਦੱਸੋ ਮੈਨੂੰ, ਕੀ ਤੁਸੀਂ ਸਾਡੇ ਬੰਦੀ ਸਿੰਘਾਂ ਨੂੰ ਛਡਾਓਗੇ? ਤੁਸੀਂ ਆਪਣਾ ਸਟੈਂਡ ਦਿਓ, ਫਿਰ ਮੈਂ ਫੈਸਲਾ ਕਰੂੰ ਵੋਟ ਕਿਹਨੂੰ ਪਾਉਣੀ ਹੈ ਜੀ। ਇਹ ਹੈ ਬੰਦੇ ਦੀ ਅਪਰੋਚ। ਇੱਥੇ ਹੁਣ ਕਹਿੰਦੇ ਜੀ ਹੁਣ ਢੀਂਡਸਾ ਸਾਹਿਬ ਤਾਂ ਪਹਿਲਾਂ ਹੀ ਬੀਜੇਪੀ ਦੇ ਨਾਲ ਜੀ, ਉਹਨਾਂ ਦਾ ਸਮਝੌਤਾ ਬੀਜੇਪੀ ਨਾਲ ਹੈ, ਕੈਪਟਨ ਦਾ ਵੀ ਬੀਜੇਪੀ ਨਾਲ ਸਮਝੌਤਾ ਹੈ। ਇਹ ਹੁਣ ਇਹ ਆ ਵੀ ਸਾਰੇ ਕੇਰਾਂ 'ਚ ਇਕੱਠੇ ਹੋ ਜਾਈਏ, ਆਪਾਂ ਇਕੱਠੇ ਹੋ ਕੇ ਮਾੜਾ ਮੋਟਾ ਆਮ ਆਦਮੀ ਪਾਰਟੀ ਵਾਲੇ ਉਹਨਾਂ ਦਾ ਮੁਕਾਬਲਾ ਕਰ ਲਈਏ, ਇੱਕ ਦੋ ਸੀਟਾਂ ਲੈ ਲਾਂਗੇ, ਇੱਕ ਦੋ ਸੀਟਾਂ ਦੇ ਨਾਲ ਆਪਣਾ ਮਤਲਬ ਜਿਹੜਾ ਡੰਗ ਜਿਹਾ ਲੈ ਜਾਊਗਾ ਜੀ, ਪਾਰਲੀਮੈਂਟ ਦੇ ਵਿੱਚ ਆਪਣੀ ਨੁਮਾਇੰਦਗੀ ਹੋ ਜੂਗੀ। ਔਰ ਨਾਮ ਪੰਥ ਦਾ ਅਕਾਲੀ ਦਲ ਦੇ ਏਕੀਕਰਨ ਦੀ ਗੱਲ ਕਰਦੀ ਤੇ ਏਕੀਕਰਨ ਦੇ ਵਿੱਚ ਵੀ ਮੌਕਾ ਪ੍ਰਸਤੀ ਹੈ, ਇਦੋਂ ਵੱਧ ਜ਼ੋਰ ਕੁਛ ਵੀ ਨਹੀਂ ਜੀ। ਜੀ ਢਿੱਲੋਂ ਸਾਹਿਬ, ਅੱਜ ਦੀਆਂ ਚਰਚਿਤ ਖਬਰਾਂ ਤੇ ਤੁਹਾਡੀ ਟੀਕਾ ਟਿੱਪਣੀ ਲਈ ਰੇਡੀਓ ਪੰਜਾਬ ਟੁਡੇ ਸਮੁੱਚੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ। ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਸ਼ਮਾਦਾਨ ਇੱਥੇ ਹੀ ਮੁੱਕਦਾ ਹੈ। ਸੁਣਦੇ ਰਹੋ ਰੇਡੀਓ ਪੰਜਾਬ ਟੁਡੇ ਦੇ ਬਾਕੀ ਰਹਿੰਦੇ ਪ੍ਰੋਗਰਾਮ। ਦਲਬੀਰ ਬਰਾੜ ਚਾਹੁੰਦਾ ਆ ਗਿਆ, ਰੱਬ ਰਾਖਾ।
ਜੀ ਹਾਂ, ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ हैं, DOT ਸੇਫਟੀ ਇੰਸਪੈਕਸ਼ਨਸ ਕਰਦੇ हैं। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, हर एक काम बड़ी तसल्ली नाल करते हैं जी। ये MPI अप्रूव्ड ने और हाँ ये सीजनल सर्विसेज भी प्रोवाइड करते हैं। 24 घंटे 7 दिन की सर्विसेज लई ते वधेरी जानकारी लई कॉल करो 204 459 2000 या फिर कॉल करो 204 777 0460। ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਵਰਜੀਨੀਆ ਸਟੇਟ ਲਾਈਨ ਤੇ ਲੈ ਕੇ ਆਏ ਨੇ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ। ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ ਫਲਾਈਂਗ ਜੇ ਟਰੱਕ ਸ਼ਾਪ, ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ, ਹਫ਼ਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050।